कृपा दियो मोहि नामा बंधन ते छुटकाए मन ते बिसर सगले तंदा दुर्गी चरणी लाए साध संग चित बिरानी छाड़ी अम्बुद मुँह मन बासन देकर गढ़ा गाड़ी रहाओ ना को मेरा दुश्मन रहया नाम किसके बहराई ब्रह्म पसार पसार्यो पीतर सतगुर ते सोची पाई सबको मीदा में आपन की नाम सबना के साजन दूर पर आयो मन का बिरहा मेल कियो मेरे राजन दिल से डीठा अमृत उठा शब्द लगो गर्व मीठा जलधल महिल सर्व निवासी नानक रमैया डीठा बंधन ते छुटकाए जी कर कृपा दियो नामा छुटकाए जी कर कृपा दियो नामा बंधन ते छुटकाए जी कर कृपा दियो नामा छुटकाए जी कर कृपा दियो नामा
ਕਾਏ ਜੀ ਕਰ ਕਿਰਪਾ ਦਿਓ ਮੋਹਿ ਨਮ। करे लिवलाए
कल मल होई मेदनी। कल मल होई मेदनी, कल मल होई मेदनी। जी अरदास करे बुलाए, कल मल होई मेदनी। जी अरदास करे बुलाए, कल मल होई मेदनी। दास करे बुलाए, कल मल होई मेदनी। जी अरदास करे बुलाए, कल मल होई मेदनी। परम सत्कारयोग सतगुਰਾਂ ਦੀ साजी और निवाजी, गुरु प्यारी गुरु सवारी साध संगत जी, रसना पवित्र करो। गुरु महाराज जी की फतेह नाल सांझ पाओ। सारे एक बारी गज के आखो जी वाहिगुरू जी का खालसा, वाहिगुरू जी की फतेह। साध संगत, ਆਪਾਂ कुछ समय तो सतगुਰਾਂ ਦੇ सचखंड दरबार ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਦਾ ਆਨੰਦ ਮਾਣ ਰਹੇ, ਜੋ ਇਹਨਾਂ ਦਿਨਾਂ ਦੇ ਵਿੱਚ ਸਿੱਖ ਜਗਤ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ आज श्री गुरु ग्रंथ साहिब जी महाराज जी का प्रकाश दिहाड़ा मना रहे हैं। ये जागृति ही है। तुसी 20-25 साल पिछे चले जाओ, आम सिख जन साधारण लोगों को पता ही नहीं सी हुंदा कि कदों गुरपुरब आया, कदों लंघ गया। हुण जमाना बदल गया। इन्हां गुरपुरबां ते जदों सचखंड श्री दरबार साहिब जलौस सजाए जाते हैं, सारा सिख जगत दर्शन करता है। सबनों इस गल की जानकारी होंदी है। और इस बहाने जदों सचखंड श्री हरमंदिर साहिब अरदास होंदी है, उस संबंधित दस्या जाता है। इस करके पहला आपां नूं आम पता ही नहीं सी लगता कि गुरपुरब कदों लंघ गए। ਹੁਣ तो ਜਿਹੜੇ 31 ਦੇ 31 ਗੁਰਪੁਰਬ ਨੇ, ਸਾਰਿਆਂ ਦੀ ਬਾਬਤ ਹੀ ਸੰਗਤਾਂ ਨੂੰ ਜਾਣਕਾਰੀ ਮਿਲ ਜਾਂਦੀ ਹੈ। ਐਤਵਾਰ ਨੂੰ ਹਫ਼ਤਾਵਾਰੀ ਜੋੜ ਮੇਲਾ ਹੁੰਦਾ ਹੈ। ਇਸ ਲਈ ਲੰਘ ਚੁੱਕੇ ਹਫ਼ਤੇ ਦੌਰਾਨ ਜਿਹੜਾ ਕੋਈ ਗੁਰਪੁਰਬ ਲੰਘਿਆ ਹੋਵੇ, ਉਸ ਬਾਬਤ ਆਪਾਂ ਜ਼ਰੂਰ ਵਿਚਾਰ ਕਰਦੇ ਹਾਂ। ਜਾਂ ਹਫ਼ਤਾਵਾਰੀ ਜੋੜ ਮੇਲੇ ਤੋਂ ਜਿਹੜਾ ਕੋਈ ਪਿੱਛੇ ਗੁਰਪੁਰਬ ਆ ਜਾਵੇ ਜਾਂ ਕੋਈ ਅੱਗੇ ਗੁਰਪੁਰਬ ਆ ਜਾਵੇ, ਉਹਦੇ ਬਾਬਤ ਵੀ ਵਿਚਾਰ ਹੁੰਦੀ ਹੈ। ਆਪ ਸਰਬਖਤ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਕੱਲ੍ਹ ਨੂੰ, ਜਿਸ ਦਿਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਇਸ ਦਿਹਾੜੇ ਨੂੰ ਸੰਗਤਾਂ ਬੜੀ ਸ਼ਰਧਾ ਔਰ ਬੜੇ ਉਤਸ਼ਾਹ ਦੇ ਨਾਲ ਮਨਾਉਂਦੀਆਂ ਨੇ। ਸਾਧ ਸੰਗਤ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਮਾਰਗ ਸਾਨੂੰ ਦ੍ਰਿੜ ਕਰਵਾਇਆ ਜਾਂਦਾ ਹੈ, ਜਿਸ ਮਾਰਗ ਉੱਪਰ ਚੱਲਣ ਵਾਸਤੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹਦਾ ਚਲਾਇਆ ਨਿਰਮਲ ਪੰਥ, ਜਿਸ ਨੂੰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਵਿੱਚ ਸਾਜਿਆ। ਖਾਲਸ ਤੋਂ ਭਾਵ ਵੀ ਸ਼ੁੱਧ ਹੋਇਆ ਕਰਦਾ ਹੈ। ਜਦੋਂ ਆਪਾਂ ਅਰਬੀ ਭਾਸ਼ਾ ਨੂੰ ਮੁੱਖ ਰੱਖ ਕੇ ਅਰਥ ਕੱਢਦੇ ਹਾਂ, ਬਾਦਸ਼ਾਹ ਦੀ ਉਹ ਜਾਇਦਾਦ
ਜਿਹੜੀ ਸਿੱਧੇ ਤੌਰ ਤੇ ਉਹਦੇ ਨਾਲ ਲਿੰਕ ਕਰਦੀ ਹੋਵੇ, ਜਿਸ ਦੀ ਆਮਦਨ ਸਿੱਧੇ ਤੌਰ ਤੇ ਸ਼ਾਹੀ ਖਜ਼ਾਨੇ ਨਾਲ ਹੋਵੇ। ਜਿਸ ਤਰ੍ਹਾਂ ਅੱਜ ਕੱਲ੍ਹ ਟੈਕਸਿਸ ਨੇ, ਆਪਣੀ ਜਾਇਦਾਦ, ਆਪਣੀ ਜ਼ਮੀਨ, ਪ੍ਰੋਪਰਟੀ ਜਿਹਦਾ ਲਿੰਕ ਸਿੱਧੇ ਸ਼ਾਹੀ ਖਜ਼ਾਨੇ ਨਾਲ ਹੋਵੇ, ਉਸ ਨੂੰ ਖਾਲਸ ਕਿਹਾ ਜਾਂਦਾ ਹੈ। ਜਿਹੜੇ ਰਾਜੇ ਦੀ ਨਿੱਜੀ ਮਲਕੀਅਤ ਹੋਵੇ। ਇੱਕ ਤਾਂ ਖਾਲਸਾ ਦਾ ਅਰਥ ਇਸ ਲਿਹਾਜ਼ ਤੋਂ ਕੀਤਾ ਜਾਂਦਾ ਹੈ, ਵੈਸੇ ਤਾਂ ਪੂਰਨ ਤੌਰ ਤੇ ਪੂਰਨ ਜੋਤ ਘਟੈ, ਪੂਰਨ ਜੋਤ ਜਗਿਆ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ। ਇਹ ਤਾਂ ਹੈ ਸਮੁੱਚੀ ਮਨੁੱਖਤਾ ਵਾਸਤੇ ਹੀ ਨਾ ਉਪਦੇਸ਼ ਤਾਂ ਗੁਰੂ ਨਾਨਕ ਦਾ। ਗੁਰੂ ਨਾਨਕ ਪਾਤਸ਼ਾਹ ਨੇ ਨਿਰਮਲ ਪੰਥ ਚਲਾਇਆ, ਸਿੱਖ ਪੰਥ ਚਲਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਚਲਾਇਆ। ਖਾਲਸੇ ਦੇ ਖਾਲਸਾ ਤਿਆਰ ਕੀਤਾ, ਜਿਹਦੇ ਵਿੱਚ ਕੋਈ ਜਾਤ ਪਾਤ ਨਹੀਂ, ਕਿਸੇ ਧਰਮ, ਜਿਵੇਂ ਸਨਾਤਨੀਆਂ ਦੇ ਵਿੱਚ ਅਲੱਗ-ਅਲੱਗ ਵਰਨ ਵੰਡ ਕੀਤੇ ਗਏ ਸਨ, ਇਸੇ ਤਰ੍ਹਾਂ ਪਾਤਸ਼ਾਹ ਨੇ ਬਿਨਾਂ ਕਿਸੇ ਜਾਤ ਪਾਤ ਤੋਂ, ਬਿਨਾਂ ਕਿਸੇ ਪੈਸੇ ਧੇਲੇ ਤੋਂ ਪੰਥ ਸਜਾਇਆ ਕਿ ਅਮੀਰ ਗਰੀਬ ਲਈ ਕੋਈ ਫਰਕ ਨਹੀਂ, ਸਾਰੇ ਇੱਕੋ ਬਰਾਬਰ ਨੇ। ਸਾਰੇ ਇੱਕੋ ਸਮਾਨ ਨੇ। ਇਸ ਕਰਕੇ ਖਾਲਸਾ ਪੰਥ ਦੀ ਸਥਾਪਨਾ ਹੋਈ। ਵਿਸ਼ੇਸ਼ ਤੌਰ ਤੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਆ, ਜਿਹੜਾ ਉਹਨਾਂ ਨੇ ਜਿਹੜਾ ਅਨੋਖਾ ਪਾਤਰ ਤਿਆਰ ਕੀਤਾ ਹੈ, ਅਨੋਖਾ ਰਸਤਾ ਤਿਆਰ ਕੀਤਾ ਹੈ। ਸਾਡੇ ਗੁਰੂ ਸਾਹਿਬਾਨ ਦੇ ਸਮੇਂ ਸਿੱਖੀ ਨੂੰ ਅਲੱਗ-ਅਲੱਗ ਪ੍ਰਚਾਰਕਾਂ ਦੇ ਵਿੱਚ ਵੰਡਿਆ ਹੋਇਆ ਸੀਗਾ, ਜਿਹੜੇ ਦੂਰ ਦੂਰ ਜਾ ਕੇ ਪ੍ਰਚਾਰ ਕਰਦੇ। ਮਸੰਦ ਜਿਹੜੇ ਸੀ ਉਹਨਾਂ ਨੂੰ ਪੀੜੇ ਦਿੱਤੇ ਗਏ। ਉਹ ਆਪਣੇ ਆਪ ਨਹੀਂ ਸਨ ਬਣੇ ਹੋਏ, ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਉਹਨਾਂ ਤੇ, ਪਰ ਸਤਿਗੁਰੂ ਜੀ ਵੱਲੋਂ ਅਥੋਰਾਈਜ਼ਡ ਸਨ। ਉਹਨਾਂ ਨੇ ਸਾਡੇ ਗੁਰੂ ਸਾਹਿਬਾਨ ਦੇ ਜੀਵਨ ਕਾਲ ਦੌਰਾਨ ਬੜੀ ਦੂਰ ਦੂਰ ਜਾ ਕੇ ਪ੍ਰਚਾਰ ਕੀਤਾ। ਸੰਗਤਾਂ ਦੇ ਕਾਰਪੇਟਾਵਾਂ ਉਹ ਸਤਿਗੁਰੂ ਜੀ ਦੇ ਪਾਸ ਭੇਜਦੇ ਰਹੇ, ਔਰ ਹੌਲੀ ਹੌਲੀ ਉਹਨਾਂ ਦੇ ਆਚਾਰ ਵਿਹਾਰ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈਆਂ, ਜਿਸ ਕਰਕੇ ਸਤਿਗੁਰੂ ਜੀ ਨੇ ਵਰਜ ਦਿੱਤਾ ਉਹਨਾਂ ਨੂੰ, ਗੁਰਸਿੱਖਾਂ ਨੂੰ, ਕਿ ਅੱਜ ਤੋਂ ਬਾਅਦ ਸੰਗਤਾਂ ਨੇ ਆਪਣੀ ਕਾਰ ਭੇਟਾਵਾਂ ਕਿਸੇ ਮਸੰਦ ਨੂੰ ਨਹੀਂ ਦੇਣੀ। ਆਪਣੀ ਕਾਰ ਭੇਟਾਵਾਂ ਸਿੱਧੀਆਂ ਸਾਡੇ ਪਾਸ ਪਹੁੰਚਾਉਣੀਆਂ ਨੇ। ਅੱਜ ਤੋਂ ਬਾਅਦ ਕੋਈ ਵੀ ਭੇਟਾ ਕਿਸੇ ਪਾਸ ਨਾ ਪਹੁੰਚੇ। ਹੁਣ ਇਹ ਮਲਕੀਅਤ ਦਾ ਨਾਮ ਖਾਲਸਾ ਹੈ, ਜਿਹਦਾ ਸਿੱਧਾ ਸ਼ਾਹੀ ਖਜ਼ਾਨੇ ਵਿੱਚ ਜਿਹੜੀ ਪੈਂਦੀ ਹੈ। ਹੁਣ ਤੁਹਾਨੂੰ ਦਰਮਿਆਨ ਦੇ ਵਿੱਚ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ। ਤੁਸੀਂ ਕਿਸੇ ਮਸੰਦ ਦੇ ਉੱਪਰ ਭਰੋਸਾ ਨਹੀਂ ਕਰਨਾ। ਆਪਣੇ ਖੂਨ ਪਸੀਨੇ ਦੀ ਕਮਾਈ, ਆਪਣੇ 10 ਨੋਹਾਂ ਦੀ ਕਿਰਤ, ਉਹ ਸਿੱਧੀ ਹੀ ਸਾਡੇ ਪਾਸ ਪਹੁੰਚਾਉਣੀ ਹੈ, ਤਾਂ ਜੋ ਕਿ ਕਿਸੇ ਕਿਸਮ ਦਾ ਵੀ ਹੇਰ ਫੇਰ ਨਾ ਹੋ ਸਕੇ, ਕੋਈ ਬੇਈਮਾਨੀ ਨਾ ਕਰ ਸਕੇ। ਸੰਗਤਾਂ ਦੇ ਖੂਨ ਪਸੀਨੇ ਦੀ ਮਾਇਆ ਨੂੰ, ਖੂਨ ਪਸੀਨੇ ਦੀ ਕਮਾਈ ਨੂੰ ਗਲਤ ਪਾਸੇ ਨਾ ਲਾ ਸਕੇ। ਇਸ ਤਰ੍ਹਾਂ ਦੇ ਵੀ ਖਾਲਸੇ ਦੇ ਅਰਥ ਕੀਤੇ ਗਏ ਨੇ। ਪਰ ਖਾਲਸਾ ਖਾਲਸ ਤੱਤ ਤੋਂ ਬਣਿਆ ਹੈ। ਖਾਲਸ ਤੋਂ ਭਾਵ ਸ਼ੁੱਧ ਹੁੰਦਾ ਹੈ। ਪੂਰਨ ਜੋਤ ਜਪੈ ਘਟ, ਪੂਰਨ ਜੋਤ ਜਗਿਆ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ। ਜਿਹਦਾ ਹਿਰਦਾ ਖਾਲਸ ਸ਼ੁੱਧ ਹੋ ਗਿਆ ਹੈ। ਜੋਤ ਤਾਂ ਸਾਰੇ ਹਿਰਦੇ ਅੰਦਰ ਹੈ। ਸਭ ਮੈਂ ਜੋਤ ਜੋਤ ਹੈ ਸੋਈ। ਜਿਸਨੇ ਉਸ ਨੂੰ ਪ੍ਰਤੱਖ ਕਰ ਲਿਆ, ਸਾਖਿਆਤ ਕਰ ਲਿਆ, ਉਹ ਹੈ ਖਾਲਸਾ।
हाँ, गुरसंगत कीनी खालसा। सतगुर जी दे पैरोकारां ਜਿਹੜੇ ਪਹਿਲਾਂ ਸੰਗਤ ਦੇ ਨਾਮ ਨਾਲ ਜਾਣੀ ਜਾਂਦੀ ਸੀ, ਸਤਿਗੁਰ ਜੀ ਨੇ ਉਸ ਨੂੰ ਖਾਲਸਾ ਦੀ ਸੰਗਿਆ ਦੇ ਦਿੱਤੀ। ਖਾਲਸਾ, ਖਾਲਸਾ ਪੰਥ, ਪੰਥ ਤੋਂ ਭਾਵ ਮਾਰਗ, ਰਸਤਾ, ਉਹ ਪਵਿੱਤਰ ਰਸਤਾ ਜਿਹੜਾ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦ੍ਰਿੜ ਕਰਵਾਇਆ। ਉਹ ਸਾਧ ਸੰਗਤ ਕਦੇ ਬਦਲਿਆ ਨਹੀਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋਈ ਹੋਰ ਮਾਰਗ ਦੱਸਿਆ ਹੋਵੇ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੁਝ ਹੋਰ, ਪਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੋਈ ਹੋਰ ਰਸਤਾ ਦੱਸ ਦਿੱਤਾ ਹੋਵੇ। ਮਾਰਗ ਤਾਂ ਇੱਕੋ ਹੀ ਸੀ ਜੋ ਸਾਡੇ ਦੱਸੇ ਗੁਰੂ ਸਾਹਿਬਾਨ ਜੋਤ ਕਰਕੇ ਇੱਕ ਸਨ। ਫਿਰ ਉਹਨੇ ਜੁਗਤਾਂ ਕਿਵੇਂ ਵੱਖ-ਵੱਖ ਹੋ ਸਕਦੇ ਨੇ? ਜੇ ਜੋਤ ਇੱਕ ਹੈ ਫਿਰ ਜੁਗਤ ਵੀ ਇੱਕ ਹੀ ਹੋਵੇਗੀ। ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਏ। ਸਮੇਂ-ਸਮੇਂ ਸਰੀਰਾਂ ਦੀ ਅਦਲਾ ਬਦਲੀ ਜ਼ਰੂਰ ਹੁੰਦੀ ਰਹੀ, ਜੋਤ ਔਰ ਜੁਗਤ ਇੱਕੋ ਹੀ ਹੈ। ਤੇ ਸਾਧ ਸੰਗਤ ਅੱਜ ਆਪਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਉਸ ਬਾਬਤ ਵਿਚਾਰ ਕਰ ਰਹੇ ਹਾਂ ਜੋ ਆਪਾਂ ਆਏ ਮਹੀਨੇ ਮੱਸਿਆ ਦੇ ਦੀਵਾਨ ਵਿੱਚ ਗੁਰੂ ਘਰ ਦੇ ਵਿੱਚ ਸਜਾਉਂਦੇ ਹਾਂ। ਮੱਸਿਆ ਦੇ ਨੇੜੇ ਕੋਈ ਵੀ ਮੱਸਿਆ, ਦੇਖੋ ਸਾਧ ਸੰਗਤ ਕੋਈ ਜੱਥੇ ਵੱਲੋਂ ਇਹ ਨਹੀਂ ਕਿ ਵੀ ਅਸੀਂ ਕਿਸੇ ਦਿਨਾਂ ਨੂੰ ਸਪੈਸ਼ਲੀ ਬਹੁਤ ਖਾਸ ਮੰਨਦੇ ਹਾਂ ਕਿ ਸੰਗਰਾਂਦ ਮੱਸਿਆ ਪੂਰਨਮਾਸ਼ੀ, ਨਹੀਂ। ਇਹ ਅਸੀਂ ਅਲੱਗ-ਅਲੱਗ ਇਲਾਕਿਆਂ ਦੇ ਵਿੱਚ, ਅਲੱਗ-ਅਲੱਗ ਏਰੀਆ ਦੇ ਵਿੱਚ ਇੱਕ 5 ਦਿਨ ਨੇ ਕਿ ਜੋ 5 ਇਲਾਕਿਆਂ 'ਚ ਵੰਡਣਾ ਚਾਹੁੰਦੇ, ਤਾਂ ਜੋ ਕਿ ਸਾਡਾ ਅਲੱਗ-ਅਲੱਗ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ। ਘੱਟੋ ਘੱਟ ਜਿਹੜੇ ਨੇੜੇ ਤੇੜੇ ਪਿੰਡ ਪੈਂਦੇ ਨੇ ਉਹਨਾਂ 'ਚ ਅਸੀਂ ਘੱਟੋ ਘੱਟ ਪ੍ਰਚਾਰ ਕਰ ਸਕੀਏ। ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਆ ਕਿ ਜਿਹੜੇ ਵੀ ਦਿਨ 5 ਸੰਗਰਾਂਦ ਮੱਸਿਆ ਪੂਰਨਮਾਸ਼ੀ ਪੰਚਮੀ ਦਸਵੀਂ ਇਹ ਅਲੱਗ-ਅਲੱਗ ਇਲਾਕੇ 'ਚ ਵੰਡੀ, ਤਾਂ ਜੋ ਕਿ ਉਹਨਾਂ 'ਚ ਪ੍ਰਚਾਰ ਹੋ ਸਕੇ, ਤਾਂ ਜੋ ਕਿ ਵੱਧ ਤੋਂ ਵੱਧ ਸਿੱਖ ਕੌਮ ਦੇ ਵਿੱਚ ਜੁੜ ਸਕਣ। ਸੋ ਆਪਾਂ ਇੱਥੇ ਹਮੇਸ਼ਾ ਹੀ ਮੱਸਿਆ 'ਤੇ ਇਕੱਠੇ ਹੁੰਦੇ ਹਾਂ। ਮੱਸਿਆ ਵਾਲੇ ਦਿਨ ਆਪਾਂ ਜੋ ਵੀ ਨਜ਼ਦੀਕ ਜੋ ਗੁਰਪੁਰਬ ਜੋ ਵੀ ਆਉਂਦਾ ਹੈ ਆਪਾਂ ਉਸ ਦੇ ਬਾਬਤ ਵਿਚਾਰ ਕਰਦੇ ਹਾਂ। ਆਪਣੇ ਪਹਿਲੇ ਗੁਰੂ ਸਾਹਿਬਾਨ ਨੇ ਬਾਣੀ ਲੈ ਕੇ 17 ਭੱਟਾਂ ਦੀ ਬਾਣੀ ਲੈ ਕੇ ਔਰ ਸਤਿਗੁਰੂ ਜੀ ਦੇ ਦਰੋਂ ਘਰੋਂ ਵਰਸਾਏ ਕੁਝ ਗੁਰਸਿੱਖਾਂ ਦੀ ਬਾਣੀ ਇੱਕ ਥਾਂ ਤੇ ਸੰਚਿਤ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇੱਕ ਬਾਣੀ ਦਾ ਬੋਹਿਥਾ ਤਿਆਰ ਕਰ ਦਿੱਤਾ, ਜੋ ਆਪਨੇ ਅਕਸਰ ਸਰਵਨ ਕੀਤਾ, ਸਤਿਗੁਰੂ ਜੀ ਦੀ ਵਡਿਆਈ ਸੁਣੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ 5 ਭੌਤਿਕ ਸਰੀਰ ਤੋਂ ਜ਼ਿਆਦਾ ਔਰ ਸੰਗਤਾਂ ਨੂੰ ਮੁਖਾਤਬ ਹੋ ਕੇ ਇਹ ਬਚਨ ਵੀ ਕੀਤਾ ਕਿ ਮੇਰੇ ਸਰੀਰ ਤੇ ਯਾਦ ਤੇ ਹੈ ਦੀਰਘ ਸਾਹਿਬ ਜਾਣ। ਸਾਧ ਸੰਗਤ ਇੱਕੋ ਸਮੇਂ 2 ਕਾਰਜ ਸ਼ੁਰੂ ਹੋਏ। ਇੱਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੰਪਾਦਨਾ ਦਾ ਔਰ ਦੂਸਰਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ। ਠੀਕ ਹੈ, ਸਰੋਵਰ ਦੀ ਸੇਵਾ ਭਾਵੇਂ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ, ਪਰ ਦਰਮਿਆਨ ਦੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਬਣਾਉਣ ਦੇ ਸੰਕਲਪ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸੀ। ਇਤਫਾਕ ਦੇ ਨਾਲ ਇਹ ਦੋਵੇਂ ਕਾਰਜ ਇੱਕੋ ਵੇਲੇ ਸੰਪੂਰਨ ਹੋ ਗਏ। ਇੱਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਿਰਜਣਾ ਦਾ ਔਰ ਦੂਸਰਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਦਾ। ਸਰੋਵਰ ਦੇ ਵਿੱਚ ਜਲ ਪਾ ਦਿੱਤਾ ਗਿਆ ਹੈ, ਦਰਮਿਆਨ ਦੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼ੋਭਾ ਦੇ ਰਿਹਾ ਹੈ। ਮਾਨੋ ਕੋਈ ਵੱਖਰਾ ਨਜ਼ਾਰਾ ਸੰਗਤਾਂ ਨੂੰ ਦੇਖਣ ਵਾਸਤੇ ਮਿਲ ਰਿਹਾ ਹੈ। ਹੋਰ ਬੜੇ ਧਰਮ ਸਥਾਨ ਦੇਖ ਰਹੇ ਨੇ ਸੰਸਾਰ ਦੇ ਵਿੱਚ, ਪਰ ਇਹਦੀ ਕੋਈ ਸ਼ੋਭਾ ਹੀ ਵੱਖਰੀ ਹੈ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ।
हरिहा नानक कसमल जाए, नाया रामदास सर। डिठे सबे थाम नहीं तुद जेहा, डिठे सबे थाम नहीं तुद जेहा। डिठे सबे थाम नहीं तुद जेहा, डिठे सबे नहीं तुद जेहा। सारी संगत जपो जी। बद्दो पुरख बिदाते ता तू सोहया, बद्दो पुरख बिदाते ता तू सोहया। वसदी सगले अपार नू रामदास गुर, वसदी सगले अपार नू रामदास गुर। हरिहा नानक कसमल जाहे नहीं रामदास, हरिहा नानक कसमल जाहे नहीं रामदास। हरिहा नानक कसमल जाहे नहीं रामदास सर, हरिहा नानक कसमल जाए नहीं रामदास सर। डिठे सबे थाव नहीं तुद जेहा, डिठे सबे थाव नहीं तुद जेहा। डिठे सबे थाव नहीं तुद जेहा, डिठे सबे थाव नहीं तुद जेहा। ਹੁਣ ਸੰਗਤਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਸੰਦੇਹ ਹੈ ਕਿ ਜੋ ਸਤਿਗੁਰ ਜੀ ਨੇ ਅੰਮ੍ਰਿਤਸਰ ਦਾ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਮਿਆਨ ਦੇ ਵਿੱਚ ਹਰਿਮੰਦਰ ਸਾਹਿਬ ਬਣਾਇਆ ਹੈ, ਸ਼ਾਇਦ ਉਹਨਾਂ ਨੇ ਇਸ ਨੂੰ ਆਪਣੀ ਰਿਹਾਇਸ਼ ਦਾ ਠਿਕਾਣਾ ਬਣਾਉਣਾ ਹੋਵੇ। ਇਹ ਚਰਚਾ ਆਮ ਸਿੱਖਾਂ ਦੀ ਜ਼ੁਬਾਨ ਤੇ ਹੈ, ਪਰ ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਚਰਚਾ ਨੂੰ ਉਸ ਵੇਲੇ ਪੂਰਨ ਤੌਰ ਤੇ ਵਿਸਰਾਮ ਦੇ ਦਿੱਤਾ। ਸਭਨਾਂ ਦੇ ਸੰਦੇਹ ਦੂਰ ਹੋ ਗਏ, ਇਹ ਗੱਲ ਨਿਰਣੇ ਹੋ ਗਈ ਕਿ ਅੰਮ੍ਰਿਤਸਰ ਦੇ ਦਰਮਿਆਨ ਸਤਿਗੁਰ ਜੀ ਨੇ ਹਰਿਮੰਦਰ ਸਾਹਿਬ ਕਿਉਂ ਤਿਆਰ ਕੀਤਾ। ਜਿਸ ਤਰ੍ਹਾਂ ਪਹਿਲਾਂ ਅਰਜ਼ ਕੀਤੀ ਹੈ
उधर सचखंड श्री दरबार साहिब हरमंदर साहिब का कारज पूरा होया। साध संगत संसार ते हरमंदर साहिब नूं गोल्डन टैंपल करके भी जानिया जाता है। हालांकि देखा जाए स्वर्ण मंदिर या गोल्डन टैंपल ये कोई वावा आदर बोधक शब्द नहीं। सचखंड श्री हरमंदर साहिब वास्ते सोने के मंदिर तो होर भी बन सकते हैं। किसी इमारत दियां किसी इमारत की दीवारों उपर सोना चिपकाया जा सकता है, उसनूं सोने का तो बनाया जा सकता है, पर हरी मंदिर नहीं बनाया जा सकता। नाले स्वर्ण मंदिर तो साडे सतगुरु साहिबान ने बनाया ही नहीं। ये तो बाद दे विच महाराजा रणजीत सिंह ने अपनी भावना अनुसार अपनी भावना प्रगट की। वो स्वर्ण मंदिर नहीं, वो हरि मंदिर है। स्वर्ण मंदिर तो बहुत हल्का जिहा लफ्ज़ है और हर मंदिर के मुकाबले बहुत छोटा, बहुत मामूली जिहा। उसनूं सचखंड श्री हरमंदर साहिब कहना बनता है, ना कि हरमंदर साहिब। उधर कारज पूरे हो गए ने। रामसर के किनारे गुरु अर्जन देव जी महाराज जी गुरु ग्रंथ साहिब जी का कारज पूरा किया, उन्होंने संपूर्ण करने का कारज पूरा किया। फिर भाई बन्नों की सेवा लाई कि लाहौर जाके जो असी बाणी संकल्प की है, बाणी एक थां ते संचित की है, यदि जिल्द बना के लिया। साध संगत इतिहास दे विच जिक्र आता है कि सतगुरु जी ने भाई बन्नों नूं एक नियत समा दिता है कि 2 दिनों के विच तैं तां वापस होना है। भाई बन्नों के मन के एक संकल्प आ गया कि होवे ना आज श्री गुरु ग्रंथ साहिब जी महाराज जी का उतारा कर लिया जाए। समा बहुत घट है, इन्ने समय दे विच कोई लिखारी इतने वड्डे ग्रंथ का उतारा नहीं कर सकता। कहते भाई बन्नों ने बहुत सारे लिखारी मंगवा ले। आज श्री गुरु ग्रंथ साहिब जी महाराज जी के पत्रे वंड के सौंप दिते लिखारियां नूं। उन्होंने रातों रात आज श्री गुरु ग्रंथ साहिब जी महाराज जी का उतारा कर लिया। एक तो जो असली स्वरूप से साहिब गुरु श्री ग्रंथ साहिब जी महाराज जी का उसकी जिल्द बनवा ली भाई बन्नों ने, और जो दूसरा उतारा सी उसकी भी जिल्द बनवा ली। ऐसा तो हो नहीं सी ना सकता कि भाई बन्नों जी साहिब गुरु अर्जन देव जी महाराज जी ने इस बारे जानकारी ना दिंदा कि क्योंकि उन्होंने वास्ते तो एक अमानत सी ना उन्होंने कोले। सिख गुरु के बचनों खयानत किवें कर सकते हैं। तो साध संगत जदों भाई बन्नों अमृतसर साहिब पहुंचया, ये उस वेले भाई साहब श्री गुरु अर्जन देव जी महाराज उन्होंने हवाले 2 स्वरूप सौंप दिते। एक दी थां 2 स्वरूप सौंप दिते। पातशाह कहते कि दूसरा कित्थों आ गया। सिख ने बेनती की गरीब निवाज खेमा करना, शायद मेरे पासों अवज्ञा ही हुई होवे। मेरे पास वक्त सी बहुत घट, मैं आप दी आज्ञा तो बगैर बहुत सारे लिखारी बुला के रातों रात इन्हां दा उतारा करवा दिता। एक स्वरूप तो असली है जो भाई साहब भाई गुरदास जी पासों सेवा लई आप जी ने, एक तो उन्होंने दी लिखत है और दूसरा होर लिखारियां वालों उतारा किया है। एकदम श्री गुरु अर्जन देव जी महाराज इस गल सुन के गंभीर हो गए, नेत्र बंद कर ले, काफ़ी समा बैठे रहे। भाई बन्नों थर थर कंब रहा है, पता नहीं सतगुरु जी की बचन करनगे। मेरे पास कितनी क वड्डी अवज्ञा हुई है। मैं सतगुरु जी की आज्ञा तो बिना इन्हां दा उतारा कर दिता। मैनू नहीं पता इस गल का कितना वड्डा पाप मिलेगा, कितना वड्डा दंड मिलेगा गुरु पासों। गुरु का भै है मन दे विच, सिख दे खौफ है। खैर जब गुरु अर्जन देव जी महाराज जी ने नेत्र खोले
ਕਹਿੰਦੇ ਸਾਡੀ ਦਰਅਸਲ ਇਹ ਇੱਛਾ ਹੈ ਨਹੀਂ ਸੀ, ਅਸੀਂ ਨਹੀਂ ਸਾਂ ਚਾਹੁੰਦੇ ਕਿ ਵੀ ਇਹਦਾ ਕੋਈ ਹੋਰ ਉਤਾਰਾ ਹੋਵੇ। ਸਾਧ ਸੰਗਤ ਦੇਖੋ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਦਇਆ, ਉਹਨਾਂ ਦੇ ਅੰਦਰ ਦੀ ਖੇਮਾ। ਭਾਈ ਬੰਨੋ, ਸਾਡੀ ਇੱਛਾ ਤਾਂ ਇਹ ਸੀ ਕਿ ਇਹਨਾਂ ਦਾ ਸਿਰਫ ਇੱਕ ਹੀ ਸਰੂਪ ਸਦਾ ਵਾਸਤੇ ਕਾਇਮ ਰਹਿੰਦਾ, ਪਰ ਹੁਣ ਤਾਂ ਪਹਿਲੇ ਦਿਨ ਹੀ ਇਹਨਾਂ ਦਾ ਇੱਕ ਉਤਾਰਾ ਕਰ ਦਿੱਤਾ ਹੈ। ਹੁਣ ਇਹੋ ਜਿਹੀ ਬਿੱਧ ਬਣ ਜਾਣੀ ਹੈ ਕਿ ਇਹਦੇ ਕਈ ਹੀ ਉਤਾਰੇ ਹੋਣਗੇ। ਸਮਾਂ ਆਵੇਗਾ, ਘਰ ਘਰ ਇਹਨਾਂ ਦਾ ਪ੍ਰਤਾਪ ਹੋਵੇਗਾ, ਪ੍ਰਕਾਸ਼ ਹੋਵੇਗਾ। ਜਿਹੜਾ ਗੁਰਬਾਣੀ ਦਾ ਪ੍ਰਕਾਸ਼, ਗੁਰਬਾਣੀ ਦੀ ਮਹਿਮਾ ਸਾਰੇ ਸੰਸਾਰ ਤੇ ਛਾਏਗੀ। ਤੇ ਸਾਧ ਸੰਗਤ ਸਿੱਖ ਤੇ ਥਰ ਥਰ ਕੰਬ ਰਿਹਾ ਸੀ, ਪਤਾ ਨਹੀਂ ਸਤਿਗੁਰੂ ਜੀ ਕਿਹੋ ਜਿਹੇ ਨਾਰਾਜ਼ਗੀ ਦੇ ਬਚਨ ਕਰਨਗੇ। ਉਲਟੇ ਸਤਿਗੁਰੂ ਜੀ ਨੇ ਇਹੋ ਜਿਹੇ ਬਚਨ ਕੀਤੇ ਔਰ ਸਿੱਖਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਕਿ ਗੁਰਸਿੱਖੋ, ਜਿਹੜਾ ਸਾਡਾ ਪੰਜ ਭੌਤਿਕ ਸਰੀਰ ਹੈ ਨਾ, ਇਹਦੇ ਦਰਸ਼ਨ ਤੇ ਇੱਕ ਵੇਲੇ ਇੱਕ ਥਾਂ ਹੀ ਹੋ ਸਕਦੇ ਨੇ, ਪਰ ਜੋ ਅਸੀਂ ਆਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਿਰਜਣਾ ਕੀਤੀ ਹੈ, ਇਹ ਸਾਡੀ ਆਤਮਾ ਹੈ। ਇਹਨਾਂ ਦੇ ਦਰਸ਼ਨ ਸਰਬ ਕਾਲ, ਭਾਵ ਸਾਰੇ ਸਮੇਂ ਦੇ ਵਿੱਚ ਹੀ ਹੋਇਆ ਕਰਦੇ। ਸਰਬ ਭਉ ਸਾਰੀਆਂ ਥਾਵਾਂ ਤੇ ਹੋਣਗੇ। ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਸਤਿਗੁਰੂ ਜੀ ਦੇ ਉਹਨਾਂ ਬਚਨਾਂ ਨੂੰ ਬੜੇ ਸੁੰਦਰ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਹੈ। ਸੰਗਤਾਂ ਨੂੰ ਮੁਖਾਤਬ ਹੋ ਕੇ ਸਤਿਗੁਰੂ ਜੀ ਕੀਰ ਕਹਿ ਰਹੇ ਨੇ, ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮਾਇਕ ਸਰ ਨਾ ਦਰਸ ਹੈ। ਕਹਿੰਦੇ ਜਿਹੜੇ ਸਰੀਰ ਹੈ ਸਾਰੇ ਥਾਵਾਂ ਤੇ ਦਰਸ਼ਨ ਨਹੀਂ ਹੋ ਸਕਦੇ। ਸਮੈ ਥਾਨ ਸਭੈ ਥਾਨ ਸਮੈ ਸਰ ਨਾ ਦਰਸ ਹੈ। ਗ੍ਰੰਥ ਹਿਰਦੈ ਗੁਰ ਇੱਕੋ ਜਨੋ ਉੱਤਮ ਹੈ ਸਭ ਕਾਲ ਰਹੇ। ਸਾਰੇ ਕਾਲਾਂ ਦੇ, ਸਾਰੇ ਸਮੇਂ ਦੇ ਵਿੱਚ ਇਹਨਾਂ ਦੇ ਦਰਸ਼ਨ ਸਾਰੇ ਥਾਵਾਂ ਤੇ ਸਾਰੇ ਸਮੇਂ ਤੇ ਹੋਇਆ ਕਰਨਗੇ। ਇਹਨਾਂ ਦੀ ਹਸਤੀ ਜੁਗ ਜੁਗ ਅਟਲ ਰਹੇਗੀ। ਇਹ ਸਰਬ ਕਾਲ ਸਰਪੋਂ ਹੋਏਗੀ। ਇਹਨਾਂ ਦੀ ਵਡਿਆਈ ਮੇਰੇ ਸਰੀਰ ਦੀ ਤਹਿ ਜਾਤ ਦੀਰਘ ਪੰਜ ਭੌਤਿਕ ਦੇ ਸਰੀਰ ਨਾਲੋਂ ਜ਼ਿਆਦਾ ਹੈ। ਮੇਰੇ ਸਰੀਰ ਤੇ ਜਾਤ ਹੈ ਦੀਰਘ ਸਾਹਿਬ ਜਾਨ ਅਦਾਇਬ ਕੇ ਹੈ। ਪੂਜੋ ਚੰਦਨ ਕੇਸਰ ਕੋ ਘਸ ਧੂਫ ਖਾਏ ਕੇ ਫੁੱਲ ਚੜਾਏ। ਤੁਸੀਂ ਇਹਨਾਂ ਦੀ ਵਡਿਆਈ ਸਾਡੇ ਪੰਜ ਭੌਤਿਕ ਸਰੀਰ ਨਾਲੋਂ ਜ਼ਿਆਦਾ ਕਰਨੀ ਹੈ ਔਰ ਇਹਨਾਂ ਨੂੰ ਆਪਣਾ ਇਸ਼ਟ ਜਾਣ ਕੇ ਆਪਣਾ ਸਤਿਕਾਰ ਕਰਨਾ ਹੈ। ਕੀ ਜਾਣ ਕੇ ਸਤਿਕਾਰ ਕਰਨਾ ਹੈ? ਸਾਡੀ ਆਤਮਾ ਜਾਣ ਕੇ, ਸਾਡਾ ਹਿਰਦਾ ਜਾਣ ਕੇ। ਕੀ ਜਾਣ ਕੇ ਸਤਿਕਾਰ ਕਰਨਾ ਹੈ? ਇਸ ਨੂੰ ਗੁਰੂ ਦਾ ਸੰਦੇਸ਼ ਜਾਣ ਕੇ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਕੀ ਜਾਣ ਕੇ ਇਹਦਾ ਸਤਿਕਾਰ ਕਰਨਾ ਹੈ? ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਰੱਬੀ ਹੁਕਮ ਜਾਣ ਕੇ। ਅਸੀਂ ਆਪਣੇ ਕੋਲੋਂ ਕੁਝ ਨਹੀਂ ਕਿਹਾ, ਇਹ ਤਾਂ ਸਾਡੇ ਪਾਸੋਂ ਅਕਾਲ ਪੁਰਖ ਵਾਹਿਗੁਰੂ ਨੇ ਕਹਾਇਆ ਹੈ। ਜੋ ਰੱਬੀ ਕਲਾਮ ਹੋਇਆ ਹੈ ਉਹ ਅਸੀਂ ਸੰਗਤ ਤੱਕ ਪਹੁੰਚਾਇਆ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਧੁਰ ਕੀ ਬਾਣੀ ਆਈ ਇਸ ਨੂੰ ਧੁਰ ਦਰਗਾਹੋਂ ਆਈ ਬਾਣੀ ਜਾਣ ਕੇ। ਧੁਰ ਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਣਾ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ।
सगली चिंत मिटाई, तिन सगली चिंत मिटाई, तिन सगली चिंत मिटाई। सगली चिंत मिटाई। गुरसिखो तुसी ये पोथी परमेश्वर का थान जानना है। साध संगत जितनी वड्याई सतगुरु जी ने दी है उस गुरबाणी नूं, बाणी गुरु गुरु है बाणी बकायदा तौर पर भावें साहिब गुरु कलगीधर पातशाह जी ने हुक्म किया है कि आज्ञा पई अकाल की तबे चलायो पंथ, सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरा की देह, जो प्रभ को मिल बोच है खोज शब्द में ले। सतगुरु जी की दसी जुगत है, ऐसा नहीं कि केवल साहिब गुरु कलगीधर पातशाह जी ने दसी है। ये वड्याई ये मान आज श्री गुरु ग्रंथ साहिब जी महाराज जी को केवल साहिब गुरु गोबिंद सिंह जी महाराज जी ने ही दिता होवे, नहीं साध संगत पहले गुरु साहिबान ने भी यही सत्कार दिता, वही मान आदर दिता। सिद्धांतक तौर पर तो आद तो ही बाणी गुरु है, शब्द गुरु। गुरु नानक देव जी महाराज जी जो सिद्धा नूं मिलन गए, सिद्धा ने बेनती की कि महाराज कृपा करके दसो इस संसार की रौह रीत है, मर्यादा है कि बगैर गुरु तो गत नहीं, बगैर गुरु धारण किते जीवन की कल्याण नहीं हो सकती, गुरु तो बगैर ज्ञान की प्राप्ति हो नहीं सकती। गुरबिन ज्ञान ना होवे ना सुख वसै मन आए, नानक नाम विहुणे मन मुख जासन जन्म गवाए। दसो ताडे गुरुदेव कौन ने? कवन गुरु जिसका तू चेला? सिद्धा नूं बड़ा स्पष्ट उत्तर दिता साहिब गुरु नानक देव जी महाराज जी ने। आप इतिहास पढ़ते हैं, गुरु नानक देव जी महाराज जी जदों वेई नदी दे विच चुब्बा मारन, वेई नदी दे विच कोई कहता कि भी सचखंड गए, कोई कहता कि भी पार करके दूसरे किनारे गए शांति लैन लई, उत्थे जाके उस अकाल पुरख वाहिगुरू ने बेनती की
अलग अलग इतिहासकारों ने अलग अलग गल्लां लिखियां ने साध संगत, पर जो आप लॉजिकली समझ सकते हैं, पातशाह ने एक शरीर धारण किया होया सी और शरीर पानी च डुब के खत्म होता है, ना कि बचता। आत्मा भावें हमेशा जीवित रहती है, आत्मा कदे नहीं खत्म होती, पर शरीर ने तो अक्सर खत्म ही होना ना, क्योंकि फेफड़ियां दे विच पानी चल जाना। इन्हां उलझनां च पैण नालों ज़्यादा बैटर है कि आपां जो लॉजिकली गल जो बनती है कि भी पातशाह एक एकांत लैण लई उन्हां कम्मां काजां तो जिन्हां करके उन्हें डिस्टरबेंस हो रही सी, उन्हां तो थोड़ा देर दूर गए ने। शांति लैके लैन गए ने, शांति दे विच बैठ के उस अकाल पुरख वाहिगुरू दे नाल बचन बिलास कर रहे हैं, भाव के इस कुदरत दे नाल बचन बिलास कर रहे हैं कि अकाल पुरख वाहिगुरू दा असल च रूप केड़ा हो सकता, क्योंकि उस समय और अज दे समय भी यही चर्चा चलती रहती है, दिखदा किवें दा, वो किवें दा है। पर साध संगत जेकर असीं अपनी अखां दिमाग खोल के सुनीए, पढ़ीए, देखिए, तो पातशाह ने मूल मंत्र दे विच बड़े स्पष्ट तरीके नाल बयान किया है। सो कि एक ओंकार सतनाम करता पुरख निरभौ निर्वैर अकाल मूरत अजूनी सैभंग। देखो उन्होंने किन्ने सोहने तरीके दे नाल उस अकाल पुरख वाहिगुरू का रूप बख्शिया कि इस तरह का होऊगा। उन्होंने कुदरत दे विच वेख्या जिन्हें किसी नाल कोई वखरेवा नहीं किया, जिन्हें जात पात के हिसाब नाल कुदरत ने किसी को कुछ नहीं बख्शिया। कुदरत ने जो बख्शिया सारिਆਂ ਨੂੰ ਇੱਕੋ ही चीज़ बख्शी, बराबर की बख्शी। मीं नदी के चुभे के बहाने उन्होंने उस अकाल पुरख वाहिगुरू की छवि तैयार की एक कि किवें दा हो सकता है। चौवां युगां का जाप वो मंत्र साहिब गुरु नानक देव जी महाराज जी को कह सकते कि बख्शिश हुई। एक ओंकार सतनाम करता पुरख निरभौ निर्वैर अकाल मूरत अजूनी सैभंग गुरप्रसाद। इत्थों तक बख्शिश होया, इत्थों तक उन्होंने सोझी च आया। उन्हें सचखंड दे विच उन्होंने अपने सचखंड भाव के इस दिमाग के उन्होंने उस चीज़ का उजाला होया। फिर अगे उन्होंने उन्होंने उपर मोहर लाई, आद सच जुगाद सच है भी सच नानक होसी भी सच। साध संगत जदों कोई फाइल सरकार के किसी महकमे वालों तैयार हो जाती है ना, उसनों उन्नी देर तक संपूर्ण नहीं मन्निया जाता जिन्नी देर तक उस महकमे दी स्टैंप ना लगी हो, मोहर ना लगी हो। अगला श्लोक आद सच वाला ये साहिब गुरु नानक देव जी महाराज जी की मोहर है। सतगुरु जी ने जपन की नसीहत दी। वैसे तो भावें तो कोई जिन्ना मर्जी जप लो, भला एक ओंकार ही जप लो, किसी को वर्जिया नहीं जाता। पर जो मर्यादा है, जो SGPC की मर्यादा है, वो गुरप्रसाद तक की गल की है। जो वड्डे संत जी महाराज राड़ा साहब वाले ने जपया, उन्होंने नानक होसी भी सच तक जपया। उहदे मुताबिक गुरमंत्र एक ओंकार तो लैके नानक होसी भी सच तक। सो जिवें भी इंसान जपना चाहता है उवें जप सकता है, पर जपे पूरी रूह दे नाल, मन एकागर करके। अपरंपार पार ब्रह्म परमेश्वर नानक गुर मिलिया सोई जियो। गुरु नानक देव जी महाराज जी कहन लगे, सिद्धो असीं भी अपने गुरुदेव के पासों जिहड़ा गुरमंत्र जिहड़ा गुर शब्द प्राप्त किया ना, ज्ञान, असीं उसनों अपना गुरु मन्निया। शब्द गुरु सुरत धुन चेला।
शब्द गुरपीरा गहर गंभीरा। आप ये विचार कर रहे हैं जो साहिब गुरु कलगीधर पातशाह जी ने कथन किया है ना, गुरु ग्रंथ जी मान्यो प्रगट गुरा की दे, जो प्रभ को मिल बोच है खोज शब्द में ले। ये गुरु की दसी जुगत है, ऐसा नहीं कि केवल साहिब गुरु कलगीधर पातशाह जी ने ही दसी है, ये तो गुरु नानक देव जी महाराज जी भी दस रहे हैं। जो सिद्धा ने प्रश्न किया, जो सिद्धा ने उन्होंने प्रश्न का उत्तर दे रहे हैं। शब्द गुरपीरा गहर गंभीरा, बिन शब्द जग बौराना रहे। ये तो पहला तो ही मानते आ रहे हैं कि बाणी गुरु गुरु है, बाणी विच बाणी अमृत सारे, गुरबाणी कहे सेवक जन माने, परतख गुरु निस्तारे। बाणी के शब्दों का संग्रह गुरु अर्जन देव जी महाराज जी ने पोथी परमेश्वर का थान कह देता है। आप गुरु नानक देव जी महाराज जी का इतिहास पढ़ते हैं। भाई मनसुख लाहौर का रहने वाला एक बहुत बड़ा सौदागर, जिसने उस वेले जाकर साहिब गुरु अर्जन देव गुरु नानक देव जी के पासों बेनती की कि आप मोदी खाने के कार ही कर रहे सन। उस समय बकायदा तौर पर सतगुरु जी ने अपना गुरमत का प्रचार उदासियां हले शुरू ही नहीं कीतियां सन। उदों भी भाई मनसुख जदों भी किते सुल्तानपुर साहिब गुरु नानक देव जी महाराज जी के दर्शनों वास्ते आउंदा, जिहड़ा साहिब गुरु नानक देव जी महाराज जी ने जिहड़ा भी उसनूं उपदेश दिंदे वो लिख लैंदा। गुरबाणी के उपदेश, गुरबाणी के शब्दों का संग्रह एक पोथी तैयार हो गई। गुरु नानक देव जी महाराज जी कहन लगे कि तुसी साडा स्वरूप जान के इहदी इज्जत उस हिसाब नाल करनी है। साडा स्वरूप जान इतिहास में भी जिक्र होंदा कि संगला दीप जब जाना सी सिख ने तो बेनती की महाराज हुण मेरा हुण तो जो मेरा मन उतावला होंदा दर्शनों वास्ते, मैं इत्थे आके आप जी दे दर्शन कर लैंदा हाँ। हुण तो मैं कई मील दूर जा रहा हाँ, उत्थे आप जी दर्शन किवें होणगे। गुरु नानक देव जी महाराज जी ने सिख नूं ही कहा होगी, हुक्म किया कि मनसुख कि जिहड़ी शब्द की पोथी है ना, जिहड़ा शब्द का संग्रह है, बस इसनूं ही साडा संग्रह, इसनूं ही साडा हुक्म शब्द समझ लेना। जदों तो इस पोथी के दर्शन करेगा तो तेरा मन शांत होगा। जो तेरे मन के विच इच्छा होगी साडे नाल बचन बिलास करन दी तो साडे शब्द पढ़ लेने। इसनूं साडा स्वरूप जान के ही इहदा सत्कार करना। तो साध संगत बेनती करन तो भाव बस इन्ना ही है, साडे सारे गुरु साहिबान ने सानू गुरबाणी का अदब करन दी जाच सिखाई, गुरबाणी नूं वडियाई दिती है। अपना ध्यान उत्थे लै जाओ। साहिब गुरु अर्जन देव जी महाराज जी के चरणों के विच कहन लगे, गुरसिखो एक साडे पंज भौतिक शरीर के दर्शन तो एको थां ते ही होणगे, पर जिहड़ा साडा असली स्वरूप है, साडी आत्मा, साडा हिरदा, इहदे दर्शन सर्वकाल और सर्वभूम होणगे। इन्हां दी हस्ती जुगो जुग अटल होवेगी। तुसीं इन्हां दी वडियाई पंज भौतिक शरीर दे नालों ज़्यादा जाननी है। इन्हां नूं अपने स्वामी जान के इन्हां दा सत्कार करना। ये तुहानूं संशय दे समुंदर तो पार लंघाउण वास्ते मानो असीं एक जहाज बना दिता। सीख लगे सबको तब देवन, शरे भरे बच मोह फरमायो, ग्रंथ जहाज सो पवजल को, तरजा सुखैन जिनी चित लायो। और सुखैन ही संशय के समुंदर तो पार हो जाएंगे, जिहड़े अपनी चित्त बिरती नूं गुर शब्द दे नाल जोड़ लैणगे। सतगुर बचन तुम्हारे, ये गुरु के बचनों में बरकत है। सतगुर बचन तुम्हारे निर्गुण निस्तारे, महाबिखादी दुष्ट अपवादी ते पुनीत संघारे। तार देने सानू बचन
सानू बचन गुरां दे। सारे जपो जी, गज के जपो। बचन गुरां दे, बचन गुरां दे, ओ बचन गुरां दे, ओ बचन। बचन गुरां दे, सानू बचन गुरां दे, ओ बचन गुरां दे, सानू बचन गुरां दे। देने जी सानू बचन गुरां दे, तार देने जी सानू बचन गुरां दे। तार देने जी सानू बचन गुरां दे, तार देने जी सानू बचन गुरां दे। ਤੇ ਸਾਧ ਸੰਗਤ, ਗੁਰਬਾਣੀ ਮੁਰਦਾ ਰੂਹਾਂ ਨੂੰ ਜ਼ਿੰਦਗੀ ਬਖਸ਼ਣ ਵਾਲੀ ਹੈ। ਇਹ ਅੰਮ੍ਰਿਤ ਰੂਪ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ 부ਜੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਗੁਰਬਾਣੀ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਣ ਵਾਲੀ ਇੱਕ ਹੋਰ ਰੋਸ਼ਨੀ ਹੈ। ਇਹ ਭਰਮਾਂ ਦੇ ਜਿੰਦਰੇ ਖੋਲਣ ਵਾਲੀ ਉਹ ਚਾਬੀ ਹੈ, ਜਿਹੜੇ ਸਾਨੂੰ ਉਹ ਚੈਨ, ਉਹ ਸ਼ਾਂਤੀ ਬਖਸ਼ਦੇ ਨੇ, ਸਾਨੂੰ ਜੀਵਨ ਜਾਚ ਬਖਸ਼ਦੇ ਨੇ। ਗੁਰ ਪਹੁ ਪੂੰਜੀ ਨਿਵਲ ਮਨ, ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਉਖਰੇ, ਅਵਰ ਨਾ ਕੁੰਜੀ ਹੱਥ। ਸੁਦਾ ਕੀ ਤਰੰਗਨੀ ਸੀ, ਰੋਗ ਬ੍ਰਹਮ ਭੰਜਨੀ ਹੈ। ਇਹ ਸ਼ਬਦ ਮਾਨੋ ਅੰਮ੍ਰਿਤ ਦੀ ਗੰਗਾ ਹੈ। ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦੀਆਂ ਸਿਫਤਾਂ ਦਾ ਪ੍ਰਵਾਹ ਚੱਲ ਰਿਹਾ ਹੈ। ਇਹ ਦੁੱਖਾਂ ਨੂੰ, ਰੋਗਾਂ ਨੂੰ ਦੂਰ ਕਰਨ ਵਾਸਤੇ ਸਮਰੱਥ ਹੈ। ਦੁੱਖ ਰੋਗ ਸੰਤਾਪ ਉਤਰੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਫਰਮਾਨ ਹੈ। ਗੁਰਬਾਣੀ ਕੀ ਕਹਿੰਦੀ ਹੈ? ਜਿਹੜਾ ਇਸ ਪਵਿੱਤਰ ਬਾਣੀ ਦੇ ਨਾਲ ਜੁੜਦਾ ਹੈ, ਰੋਗਾਂ ਤੋਂ, ਪਾਪਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਦੁੱਖਾਂ ਦਾ ਹੋ ਜੇ ਨਾਸ, ਸੁਣ ਕੇ ਗੁਰਬਾਣੀ। ਦੁੱਖਾਂ ਦਾ ਹੋ ਜੇ ਨਾਸ, ਸੁਣ ਕੇ ਗੁਰਬਾਣੀ।
नाश करने वास्ते समर्थ है। रोग ब्रह्मपंजनी है, महासमेत नंदनी है, महामान मनी है। इसनूं शुद्ध मन्निया गया है। गुरबाणी गुरबाणी पवित्र है, गुरबाणी निर्मल है और गुरबाणी उस परमात्मा की अकाल पुरख वाहिगुरु की पूर्ण शुद्ध रूप से सिफत है। मन नूं समझाउण वाली है, मन नूं अच्छी लगण वाली है, मन नूं कल्याण करने वाली है, मन नूं शांत करने वाली है। किदो है विसंसनी सी, मानस वितंतनी सी, गुणिन प्रशंसनी, सर्व जग जानी है। ये मानो साध संगत उस हंस नूं कोई तस्वीर देनी होवे ना, हंस दे एक सिफत है, उसकी चुंझ दे विच खटियाई वाली तासीर हुंदी है। हंस दे सामने दुध विच पानी मिला दिता जाए, ਉਹਦੇ ਵਿੱਚ हंस अपनी चुंझ पाउंदा है तो फटन करके फटिया लहदा हो जाता है, पानी लहदा हो जाता है। फटिया हंस फटिया होया जिहड़ा पदार्थ है हंस खा लैंदा ते पानी नूं फोकट जान के छड्ड दिंदा है। ते साध संगत पानी नूं इत्थे कवि चूड़ामनी भाई संतोख सिंह जी हंस की एक एग्जाम्पल दे रहे हैं कि गुरबाणी दे विच की है विवेक। गुरबाणी का अध्ययन करके सत और असत की विचार होंदी है। कद है हंसनी सी, मानस वितंतनी सी, गुणिन मान सरोवर नूं भी शोभा देने वाली है। साध संगत मान सरोवर के उपर कहते हंसा का वासा मन्निया जाता है। उन्होंने खुराक हीरे मोती चुगन वास्ते मिलते हैं। फिर इत्थे गुरसरवर मानस सरोवर है, इत्थे किहड़े हीरे मोती ने? साध संगत इत्थे ने शब्द रूपी नाम रूपी उत्तम श्लोक साध के बचन अमलीक लाल ए रतन सुनत कमावत होत निधार आप तरे लोकै निस्तार। ईमान सरोवर ते गुर सरवर मान सरोवर है, वडभागी पुरख लहन सेवक गुरमुख खोजिया से हंसले नाम लहन। जेड़े हंस आ जाते हैं, जिन्होंने हंस बिरती के जोड़े गुरसिख आ जाते हैं, वह हीरे मोती जोड़े शब्द उत्थों चुगते हैं गुरु पातशाह तो, उन्हों का उधार होंदा है। तो उन्होंने की कहा जाता है? सेवक गुरमुख खोजिया, जेड़े रत्ना की खोज करते हैं। रत्ना रतन पदार्थ बहु सागर भरिया राम, बाणी गुरबाणी लागे तिन हाथ चढ़िया राम, गुरबाणी लागे तिन हाथ चढ़िया निर्मोलक रतन अपारा। ये तो मान सरोवर नूं भी शोभा देने वाली गल है। मान सरोवर दे किसी नाल तुलना हो नहीं सकती। इस तरह साध संगत कविजन विद्वान सिफत करन लगते हैं ना किसी दी, किसी हस्ती दी, किसी शक्ति दी। फिर कई बार उपमा वास्ते या कोई दृष्टांत देने वास्ते जिहड़ी भी गल उन्हां सामने आउंदी है, जिहड़ी एग्जाम्पल आउंदी है, उसे नूं इस्तेमाल कर लेंदे ने अपनी भाषा दी, अपनी बुद्धि अनुसार। किदो है हंसनी सी, मानस वितंतनी है, गुणिन प्रशंसनी सी, सर्व जग जनी है। प्रशंसा की गई है। तो साध संगत अज वड्डे वड्डे विद्वान इस गल दे कायल ने कि जिन्ना अथेंटिक उपदेश
ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ। ਠੀਕ ਹੈ, ਆਨ ਮਤਾਂ ਮਤਾਂਤਰਾਂ ਦੇ ਆਪਣੇ ਆਪਣੇ ਗ੍ਰੰਥ, ਉਹਨਾਂ ਦੇ ਆਪਣੇ ਆਪਣੇ ਥਾਂ, ਉਹ ਸਾਰੇ ਪੂਜਨਯੋਗ ਨੇ, ਸਾਰੇ ਨਮਸਕਾਰ ਕਰਨ ਯੋਗ ਨੇ। ਪਰ ਜਿਹੜੀ ਗੁਰਬਾਣੀ ਹੈ, ਇਸ ਨੂੰ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਬਾਣੀਏ ਸਿਰ ਬਾਣੀ, ਸ਼੍ਰੋਮਣੀ ਗੁਰਬਾਣੀ ਕਹਿੰਦੇ ਨੇ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਏ ਸਿਰ ਬਾਣੀ। ਵੱਡੇ ਵੱਡੇ ਵਿਦਵਾਨਾਂ ਵੱਲੋਂ ਵੀ ਗੁਰਬਾਣੀ ਦੀ ਪ੍ਰਸ਼ੰਸਾ ਕੀਤੀ ਗਈ ਹੈ। ਪਿੱਛੇ ਜੇ ਇੱਕ ਆਪਾਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ, ਰਵਿੰਦਰਨਾਥ ਟੈਗੋਰ ਇੱਕ ਬੜਾ ਉੱਚ ਕੋਟੀ ਦਾ ਕਵੀ ਹੋਇਆ ਹੈ, ਬੜਾ ਵੱਡਾ ਵਿਦਵਾਨ ਹੋਇਆ ਹੈ, ਕਾਵਿ ਦਾ, ਬੰਗਾਲ ਦਾ ਹੈ। ਉਹਨੇ ਇਸ ਗੱਲ ਦਾ ਜ਼ਿਕਰ ਕੀਤਾ, ਉਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਹੈ, ਕਿ ਜੇ ਕਿਤੇ ਸਾਰਾ ਸੰਸਾਰ ਇੱਕ ਹੋ ਜਾਵੇ, ਸਾਰੀ ਦੁਨੀਆ ਦੀ ਸਰਕਾਰਾਂ ਤੋੜ ਕੇ ਇੱਕ ਸਰਕਾਰ ਬਣਾ ਲਈ ਜਾਵੇ, ਜਿਸ ਤਰ੍ਹਾਂ ਸਾਰੇ ਮੁਲਕ ਉਹਨਾਂ ਦੇ ਰਾਸ਼ਟਰੀ ਗਾਨ ਨੇ, ਉਹਨਾਂ ਦੀ ਨੈਸ਼ਨਲ ਐਂਥਮ ਹੁੰਦੀ ਹੈ, ਜੇ ਸਾਰੇ ਸੰਸਾਰ ਦੀ ਇੱਕ ਐਂਥਮ ਬਣਾਉਣੀ ਪਵੇਗੀ ਨਾ, ਉਹ ਹੋਵੇਗੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸ਼ਬਦ, ਗगन में थाल रव चंद दीपक बने, तारिका मंडल जनक मोती, तूप मल्याण लो पवन चवरो करे सगल बन राय, फुलंत ज्योति कैसी आरती होए, पव खड़ना तेरी आरती, अनहता शब्द व जद पेरी रहा, सहस तव नैन नैन है तोहे को, सहस मूरत न एक तो ही, सहस पद बिमल नन एक पद गंध बिन, सहस तव गंध चलत मोही, सब में जोत जोत है सोए, तिसके चानन सब में चानन होए, गुर साखी जोत प्रगट होए, जो तिस पावै सो आरती होए, हर चरण कवल मकरंद लोभित मनो, आंदिनो मोहे आही प्यासा, कृपा जल दे नानक सारंग को, होए जाते तेरा नाई वासा। जे किसी ने कोई एग्जाम्पल देनी होवे ना कविता दी, पिंगल शास्त्र अनुसार कहते एक बार हिंदी के कवि जनां दा एक बहुत बड़ा सैमीनार होया, उत्थे वनगी दिती गई सी कि कविता होवे उहदा फ्लो किहो जिहा होना चाहिए। साहिब गुरु कलगीधर पातशाह जी दा शब्द, प्रभ जू तो कह लाज हमारी, नीलकंठ नर हर नारायण, नील बसन बनवारी। जिमें चश्मे च पानी फुटदा है, एक रस वगदा है, देखो पातशाह दी किवें उन्होंने कितना सोहना काव्य रूप दे विच लिखिया है, नीलकंठ नर हर नारायण, नील बसन बनवारी। हुण पप्पे वाले परम पुरख परमेश्वर स्वामी, पावन पौन आहारी। फिर अगे मम्मे वाले, मद महाजोत मद मर्दन मान, मुकंद मुरारी। फिर नन्ने वाले, निर्विकार निर्जन निद्रा बिन, निर्बिख नरक नवारी। फिर कक्के वाले, कृपा सिद्ध काल तरह दर्शी, ककृत परनासन कारी। फिर अगे धद्दे वाले, पातशाह ने अलग अलग अल्फाबैट्स दे विच जिहड़ी काव्य रूपी जिहड़ी लिखी है, वो बड़े सोहने तरीके नाल लिखी है। एक चीज़ एक दूजे दे नाल अटैच हुंदी है। अगे लिखिया धनर पान तरितमान धरातर, अबिन अनिविकार अस्तारी, हो मत मंद चरण शरनागत, कर गल लिहो उबारी। कि इस तरीके नाल बुनिया गया इन्हां शब्दां नूं कि सुनन दे विच पढ़न दे विच भी सुखाले होण, समझयोग होण और सोहणे लगन। पातशाह कहते हैं कि कोने कोने दे विच जिहड़ी गुरबाणी छा गई है, गुरबाणी वरती जग अंदर, इस बाणी ते हर नाम पाया। कि दो महा चांदनी सी, चांदनी
रोशनी देने वाली गुरबाणी इस जग में चानण, करम वसै मन आए। मोह काम मंदनी है, मोह दे अंधेरे ਨੂੰ दूर करने वाली, अज्ञानता ਦੇ ਹਨੇਰੇ ਦੇ ਵਿੱਚੋਂ ਸਾਨੂੰ ਬਚਾਉਣ ਵਾਲੀ ਹੈ। ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਬਚਾਉਂਦੀ ਹੈ, ਉਸ ਦੇ ਵਿੱਚ ਰੋਸ਼ਨੀ ਦੇ ਕੇ ਬਚਾਉਂਦੀ ਹੈ। ਗਿਆਨ ਅੰਜਨ ਗੁਰ ਦਿਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸੰਸਾਰ ਤੇ ਯਕਦਮ ਸੈਂਕੜੇ ਹੀ ਚੰਦਰਮਾ, ਹਜ਼ਾਰਾਂ ਹੀ ਸੂਰਜ ਇੱਕੋ ਵੇਲੇ ਭਾਵੇਂ ਚੜ ਜਾਣ, ਸਾਧ ਸੰਗਤ ਉਹ ਅਗਿਆਨਤਾ ਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦੇ। ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ ਦੂਰ ਦਾ ਗੁਰੂ ਦਾ ਬਖਸ਼ਿਆ ਹੋਇਆ ਗਿਆਨ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚੰਨ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਾਨੂੰ ਗੁਰਾਂ ਬਿਨ ਘੋਰ ਅੰਧੇਰਾ, ਚੰਦ ਭਾਵੇਂ ਸੋ ਚੜ ਜੇ। ਸਾਨੂੰ ਗੁਰਾਂ ਬਿਨ ਘੋਰ ਅੰਧੇਰਾ, ਚੰਦ ਭਾਵੇਂ ਸੋ ਚੜ ਜੇ। भाई संतोख सिंह जी ने बचन किया है, प्रेम पठानी सियानी
ज्ञान की जानन जानी गुनी पनी बानी ताकि गुरु गुरबाणी है। यह प्रेम ते परमात्मा का अकाल पुरख वाहिगुरू का स्वरूप है, उसका वास्तविक स्वरूप। उसकी मानो पटरानी है, ज्ञान को जन्म देने वाली ज्ञान की माता है। प्रेम पटरानी सियानी ज्ञान की जनन जानी गुनी पनी बानी। जो और गुणवाना ने परमात्मा के अकाल पुरख वाहिगुरू की सिफत विच कुछ उच्चारण भी किया है। उन्होंने गुनी पनी बानी ताकि गुरु गुरबाणी है। उन्होंने तो उत्तम केड़ी है फिर भी गुरबाणी, गुरु की बाणी। बाणी तो गावो गुरु केरी बाणियाँ सिर बाणी। आओ साध संगत, जिस गुरबाणी ने इतना वड्डा स्थान दिता साडे गुरु साहिबान ने। गुरु अर्जन देव जी महाराज जी कहन लगे, गुरसिखो तुसी गुरबाणी नूं साडा हिरदा जान के, गुरबाणी नूं साडा स्वरूप जान के इसका अदब करना है, इसका स्वामी जान के, इसका मालक जान के। मेरे शरीर ते जाते है दीर्घ साहिब जान अदायब कह है, पूजो चंदन केसर को घस, धूफ तो खाई कै फूल चढ़ाए कै। इस तो बड़ा फरमान और सतगुरु जी की दे सकते हैं, की कह सकते हैं। आशा की कहते ने
ਸੰਗਤਾਂ ਬੜੀ ਸ਼ਰਧਾ ਔਰ ਬੜੇ ਉਤਸ਼ਾਹ ਦੇ ਨਾਲ ਇਹਨਾਂ ਦਿਨਾਂ ਵਿੱਚ ਬਾਣੀ ਦੇ ਬੋਹਿ ਤੇ आज श्री गुरु ग्रंथ साहिब जी महाराज का पहला प्रकाश दिहाड़ा मना रही ने। कल दरअसल गुरपुरब है। अज आप इस संबंध विचार की है। दीवान सजिया गुरबाणी और गुरमत की विचार की है। सतगुरु जी बख्शिश करना अपने हिरदे भी गुरबाणी के नाल जुड़ जान, गुरबाणी अपने हिरदे अंदर बस जाए, गुरु के बख्शिश के पात्र बन के अपना लोक सुखी और परलोक सहेला बना सकी। आओ हुण समा अगे इजाजत नहीं दे रहा। सब गुरमुख माई भाई आनंद साहब विच गज वज के पढ़ियो। एक दो बेनतियां जिहड़ियां आपां हर वार करते हैं। गुरबाणी पढ़ो, सहज पाठ किसी माई भाई नूं पोथी साहब चाहिदी है, वो भी मिल जूगी। लिटरेचर वधिया पढ़ो, जेड़े माई भाई नूं पोथी साहब चाहिए है वो भी मिल जूगी। बस कोशिश करिए कि वध तों गुरबाणी नाल जुड़िए। रोज़ का एक अंग कर लिए, 4 साल दे विच समाप्ति हो जूगी। 4 साल बहुत ज़्यादा ने, आराम नाल बाणी पढ़ सकते हैं। एक अंग 2 मिनट के अंदर हो जाए। जे आराम नाल स्लो भी करेंगे तो 3 मिनट च, और जेकर अर्थ पढ़ के करांगे तो 10 मिनट के अंदर अंदर एक अंग 5 मिनट च हो जाए। वैसे सो कोशिश करिए कि बाणी नूं पढ़िए। जिहड़ी पोथी साहब जत्थे वालों दित्तियां जांदियां ने वो अर्थां लई, अर्थां समेत ने। सो कोशिश करो कि भी जिसनों भी चाहिए लै लो, पर पढ़ो। एक बारी अंग नूं सिंपल पढ़ लो, जिन्नी बाणी एक अंग तैयारी उन्हें सिंपल पढ़ लो। फिर दूसरी बार पढ़ो नाल अर्थां दे, उत्थे नंबरिंग पाई हुंदी कि इस इहदा अर्थ लिखिया होया, इहदा अर्थ लिखिया है। सो उस हिसाब नाल तुसीं सारा उसनूं पढ़ सकदे हो। बहुत सोहना उहदे विच बहुत सोहणे तरीके दे नाल उसनूं उहदा वर्णन कीता गया गुरबाणी दा उहदे विच, पोथी साहब दे विच। बाणी पढ़ो, बाणे नाल जुड़ो। केस कतल करने बंद करिए, क्योंकि जेकर असीं आप ही नहीं जुड़ांगे तो दूसरिਆਂ ਨੂੰ किवें जोड़ांगे। गुरु नानक पातशाह जदों ਜਿਹੜੇ ਵੀ ਉਦਾਸੀ ਮਤ ਦੇ ਵਿੱਚ ਗਏ, ਜਿਹੜੇ ਵੀ ਅਲੱਗ-ਅਲੱਗ ਮਤਾਂ ਦੇ ਵਿੱਚ ਗਏ, ਉਹਨਾਂ ਨੇ ਉਹਨਾਂ ਦਾ ਪਹਿਰਾਵਾ ਜ਼ਰੂਰ ਪਹਿਨਿਆ, ਕਿਉਂਕਿ ਉਹਨਾਂ ਨੂੰ ਸੁਣਾਉਣਾ ਸੀ। ਉਹਨਾਂ ਇਨਸਾਨ ਦੂਸਰਾ ਬੰਦਾ ਉਦੋਂ ਸੁਣਦਾ ਵਾ ਜਦੋਂ ਅਸੀਂ ਦੂਜੇ ਦੇ ਵਰਗੇ ਹੁੰਦੇ। ਸਾਡੀ ਵੀ ਉਦੋਂ ਹੀ ਲੋਕੀ ਸੁਣਨਗੇ ਨਾ ਜਦੋਂ ਅਸੀਂ ਖੁਦ ਗੁਰਸਿੱਖ ਬਣਾਂਗੇ, ਖੁਦ ਗੁਰੂ ਵਾਲੇ ਬਣਾਂਗੇ। ਪਹਿਰਾਵਾ ਗੁਰੂ ਦੇ ਪਿਆਰ ਦੀ ਇੱਕ ਲਿਮਿਟ ਹੈ कि हाँ जी सानू तुहाडे नाल प्यार है, इस करके असी अपनी जिम्मेदारी ते तुहाडा जिहड़ा बख्शिया है बाणा उसनूं पा रहे हैं। पर बाणा पाउण दे नाल आपां ये नहीं कह सकते कि अगले नूं सारी नॉलेज होवे, हर गल दी नॉलेज होवे। हुण असीं कह दईए कि असीं कथा विचार करते हैं, दीवान सजाउने कि सानू हर गल दी नॉलेज होगी, नहीं। किसी नूं गतका बहुत सोहना आउंदा वा, किसी नूं गाउणा बहुत सोहना आउंदा वा, किसी नूं कथा करनी बहुत सोहनी आउंदी है। असीं तो फिर भी चलो चलदी गड्डी वांगू चलाई जाने, पर कई किन्ना सोहना करते हैं। किसी नूं एक एक शब्द की डूंघाई का पता वा, कई नूं व्याकरण इन्नी ज़्यादा पता। आप ये नहीं कह सकते कि व्याकरण वाले नूं आखिर तू गतका खेड के दिखा, नहीं। हाँ ठीक है, सीखो जरूर, थोड़ा बहुत इन्ना सीखो कि किते लोड़ पै जाए आपां किते लड़न जोगे हो सकीए। पर हर एक बंदा एक चीज़ परफेक्ट हुंदा, उहदा माइंड एक पासे ही चल सकदा। शौक हुंदा एक चीज़, पर बाणा पाउण दे कोई मेहनत नहीं है, गुरबाणी पढ़न दे विच कोई मेहनत नहीं। इन्ना क असीं कोशिश करिए, इन्ना क जरूर करिए कि बाणा पाइए पातशाह दा, बाणी पढ़िए। जिहड़ी पातशाह ने ये समझ लो कि बाणी जिहड़ी है ना उन्हां दी 10 गुरां दी एक रूह आ, उन्हां दे बख्शिया है। वो ज्ञान आत्मा दे बराबर हुंदा, अंदरों निकली, उन्हां दे सचखंड च, उन्हां दे दिमाग दे विचों चीज़ निकली हुई है। उन्होंने किया लाइफ के एक्सपीरियंसिस ने, उन्होंने जुड़िए, उन्होंने तो कुछ सेध लईए। ठीक है, आप सेवा करते हैं, आप कई देखते दरबार साहब जाते हैं, आलमगीर साहब भी जाते हैं, दर्शन करते हैं, सेवा करते हैं, पर की फायदा जेकर असीं गुरु वाले ना बने। 20-20 साल 30-30 साल असीं सेवा कर ली, पर असीं गुरु वाले ना बने।
कोशिश करिए कि गुरु वाले बनिए, ਅਸੀਂ ਆਪ ਬਣਾਂਗੇ। ਪਾਤਸ਼ਾਹ ਨੇ ਹੁਕਮ ਕੀਤੇ ਜਿਹੜੇ 52 ਹੁਕਮਾਂ ਦੇ ਵਿੱਚ ਕਿਹਾ ਵਾ ਕਿ ਵੀ ਘੋੜ ਸਵਾਰੀ ਸਿੱਖੋ, ਦਸਵੰਧ ਕੱਢੋ, ਗੁਰੂ ਵਾਲੇ ਬਣੋ, ਬਾਣੀ ਵੱਧ ਤੋਂ ਵੱਧ ਕੰਠ ਕਰੋ, ਆਪ ਸਿੰਘ ਸਜੋ ਤੇ 5 ਹੋਰ ਨਾਲ ਜੋੜੋ, ਘੱਟੋ ਘੱਟ 5 ਜੋੜੋ ਆਪਣੀ ਲਾਈਫ ਦੇ ਵਿੱਚ। ਤੇ ਦੇਖੋ ਇੱਕ ਜਣਾ ਜੋੜੋ, 5 ਜਣੇ ਜੋੜਨਗੇ ਤਾਂ ਕਿੰਨੇ ਜਾਣੇ ਹੋ ਜਾਣਗੇ? 25 ਹੋ ਜਾਣਗੇ, 50 ਹੋ ਜਾਣਗੇ, 100 ਹੋ ਜਾਊਗਾ। ਸੋ ਆਪਾਂ ਕੋਸ਼ਿਸ਼ ਤਾਂ ਕਿਸੇ ਨਾ ਕਿਸੇ ਤਰੀਕੇ, ਕਿਸੇ ਨਾ ਕਿਸੇ ਪਾਸੋਂ ਤਾਂ ਕਰਨੀ। ਜੇ ਅਗਰ ਆਖੇ ਮੈਂ ਇਕੱਲਾ ਵਾਂ, ਮੈਨੂੰ ਕੌਣ ਸੁਣੂਗਾ, ਤੇ ਇੱਕ ਬਸ ਇੰਨਾ ਸੋਚ ਲਓ, ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਕੌਣ ਸੀਗਾ? ਇਕੱਲੇ ਸੀ ਨਾ, ਇਕੱਲਿਆਂ ਨੇ ਸ਼ੁਰੂ ਕੀਤਾ ਤੇ ਇਕੱਲਿਆਂ ਨੇ ਸਮਾਪਤੀ ਕੀਤੀ। ਸੋ ਆਪਾਂ ਵੀ ਕੋਸ਼ਿਸ਼ ਕਰੀਏ ਕਿ ਗੁਰੂ ਵਾਲੇ ਬਣੀਏ, ਬਾਣੀ ਔਰ ਬਾਣੀ ਦੇ ਨਾਲ ਜੁੜੀਏ, ਸਿਰਫ ਫੁਕਰੀਆਂ ਮਾਰਨ 'ਚ ਨਾ ਰਹਿ ਜਾਈਏ। ਔਰ ਬਾਣਾ ਪਾ ਕੇ ਕਈ ਫੁਕਰੀਆਂ ਮਾਰਦੇ ਨੇ, ਉਹਨਾਂ ਨੂੰ ਵੀ ਸਮਝਾਈਏ ਔਰ ਆਪ ਵੀ ਸਮਝ ਕੇ ਰਹੀਏ ਕਿ ਬਾਣਾ ਪਾ ਕੇ ਫੁਕਰੀਆਂ ਨਹੀਂ ਮਾਰਨੀਆਂ। ਬਾਣਾ ਪਾ ਕੇ ਆਪਾਂ ਇੱਕ ਜ਼ਿੰਮੇਵਾਰੀ ਨੂੰ ਲਿਆ ਵਾ ਕਿ ਅਸੀਂ ਜ਼ਿੰਮੇਵਾਰੀ ਨਿਭਾਉਣੀ ਆ। ਹੁਣ ਜਿਹੜੀ ਚੀਜ਼ ਸਾਨੂੰ ਆਉਂਦੀ ਆ ਅਸੀਂ ਉਹ ਅੱਗੇ ਵੰਡਣੀ ਆ, ਪਰ ਜਿਹੜੀ ਚੀਜ਼ ਨਹੀਂ ਆਉਂਦੀ ਉਹ ਅਸੀਂ ਹੋਰ ਸਿੱਖਣੀ। ਕੋਸ਼ਿਸ਼ ਇੰਨਾ ਕਰੀਏ ਆਪਾਂ ਘਰ 'ਚ ਪ੍ਰਚਾਰ ਕਰਨਾ ਸ਼ੁਰੂ ਕਰ ਦਈਏ। ਇੱਕ ਸ਼ਬਦ ਲੈ ਲਓ ਪਰਿਵਾਰ ਵਾਲੇ, ਇੱਕ ਸ਼ਬਦ ਲੈ ਲਓ, ਉਹਦੀ ਵਿਚਾਰ ਕਰ ਲਓ ਥੋੜ੍ਹੀ ਬਹੁਤ। ਬੱਚਿਆਂ ਨੂੰ ਇਹੋ ਜਿਹਾ ਟ੍ਰੇਨਡ ਕਰੋ ਕਿ ਵੀ ਕਿਤੇ ਬੈਠਣ ਤਾਂ ਉਹ ਗੁਰਬਾਣੀ ਨੋਰਮਲ ਗੱਲਾਂ ਵੀ ਕਰਨ ਤੇ ਉਹਦੇ 'ਚ ਗੁਰਬਾਣੀ ਦੀਆਂ ਤੁਕਾਂ ਲੈ ਲੈਣ। ਗੁਰਬਾਣੀ ਦੀਆਂ ਤੁਕਾਂ ਲੈ ਲੈ ਕੇ ਗੱਲ ਕਰਨਗੇ, ਯਾਰ ਗੁਰਬਾਣੀ ਤੇ ਇਸ ਤਰ੍ਹਾਂ ਕਹਿੰਦੀ ਹੈ। ਨਾਲ ਦੋਸਤਾਂ ਨੂੰ ਬਿਠਾਵੇ, ਉਹਦਾ ਪ੍ਰਭਾਵ ਪਓ ਉਹਨਾਂ ਦੇ ਦੋਸਤਾਂ 'ਤੇ। ਸੋ ਕੋਸ਼ਿਸ਼ ਕਰੀਏ ਆਪਾਂ ਆਪ ਜੁੜਾਂਗੇ ਤਾਂ ਹੀ ਅੱਗੇ ਆਪਾਂ ਜੋੜ ਸਕਦੇ। ਬਹੁਤ ਉਮਰ ਬੀਤ ਗਈ ਆ, ਹੁਣ ਛੱਡੀਏ ਆਪਾਂ ਨਿਗੋਰੇ ਦੀ ਝੂਠ ਨੂੰ ਲਾਈਏ ਔਰ ਗੁਰੂ ਵਾਲੇ ਬਣੀਏ। ਔਰ ਇੱਕ ਆਪਣਾ ਜਿਵੇਂ ਜੱਥਾ ਦਸਮੇਸ਼ ਨਿਸ਼ਕਾਮ ਸੇਵਾ ਸੁਸਾਇਟੀ ਦੇ ਨਾਮ ਤੇ, ਜੋ ਕਿ ਕੀਰਤਨ ਕਰਦੇ ਨੇ, ਥੋੜ੍ਹੀ ਬਹੁਤੀ ਕਿਸੇ ਦੀ ਸੇਵਾ ਕਰਦੇ ਨੇ, ਕਿਸੇ ਲੋੜਵੰਦ ਦੀ। ਤਾਂ ਇੱਕ ਮੇਰੇ ਵੀਰ ਜੀ ਨੇ, ਉਸ ਤਰ੍ਹਾਂ ਤੇ ਸਾਰੇ ਉਹਨਾਂ ਨੂੰ ਸੰਤ ਮਹਾਂਪੁਰਸ਼ ਕਹਿੰਦੇ ਨੇ, ਪਰ ਮੈਂ ਉਹਨਾਂ ਨੂੰ ਭਰਾਵਾਂ ਵਾਂਗੂ ਸਮਝਦਾ ਹਾਂ। ਭਰਾਵਾਂ ਵਾਂਗੂ ਉਹਨਾਂ ਨਾਲ ਗੱਲਬਾਤ ਹੁੰਦੀ ਹੈ। ਕਰਤਾਰ ਫਾਊਂਡੇਸ਼ਨ ਦੇ ਨਾਮ ਤੇ ਉਹਨਾਂ ਨੇ ਰਾਜਸਥਾਨ ਦੇ ਵਿੱਚ ਇੱਕ ਫਾਊਂਡੇਸ਼ਨ ਸ਼ੁਰੂ ਕੀਤੀ, ਜਿਹਦੇ ਵਿੱਚ ਕਿ ਉਹ ਦਰਖਤ ਲਗਾਉਂਦੇ ਨੇ ਔਰ ਲੋੜਵੰਦ ਨੂੰ ਅਨਾਜ, ਉਹਨਾਂ ਦੀ ਲੋੜਾਂ ਪੂਰੀਆਂ ਕਰਦੇ ਨੇ, ਕੱਪੜੇ ਵੀ ਪੂਰੇ ਕਰਦੇ ਨੇ, ਜਿਨ੍ਹਾਂ ਨੂੰ ਕੱਪੜਿਆਂ ਦੀ ਲੋੜ ਆ, ਫੁੱਟਵੇਅਰਸ ਦੀ ਲੋੜ ਆ, ਜੁੱਤੇ ਚੱਪਲਾਂ ਦੀ ਲੋੜ ਆ, ਉਹ ਵੀ ਉਹਨਾਂ ਦੇ ਪੂਰੇ ਕਰਦੇ ਨੇ। ਹੌਸਪੀਟਲ ਦੇ ਵਿੱਚ ਅਲੱਗ-ਅਲੱਗ ਦਿਨਾਂ ਦੇ ਵਿੱਚ ਅਲੱਗ-ਅਲੱਗ ਜੱਥੇ ਬਣਾਏ ਹੋਏ ਨੇ, ਜਿਹੜੇ ਰੋਜ਼ ਹੀ ਅਲੱਗ-ਅਲੱਗ ਹੌਸਪੀਟਲ ਦੇ ਵਿੱਚ ਜਾ ਕੇ ਖਿਚੜੀ ਦਾ ਲੰਗਰ ਪੱਕਾ ਲੱਗਦਾ, ਉੱਥੇ ਖਿਚੜੀ ਦਾ ਲੰਗਰ ਲਾਉਂਦੇ ਨੇ। ਕਿਉਂਕਿ ਜਿਹੜੀ ਹੌਸਪੀਟਲ 'ਚ ਵੀ ਕੈਂਟੀਨ ਦੇ ਵਿੱਚ ਖਾਣਾ ਮਿਲਦਾ, ਜਿਹਨੂੰ ਬਫੇ ਕਹਿ ਦਿੰਦੇ ਨੇ, ਉਹ ਵੀ 1 ਰੁਪਿਆਂ ਦੇ ਵਿੱਚ ਸੀਮਿਤ ਹੁੰਦਾ, 50 ਰੁਪਏ, 30 ਰੁਪਏ, 100 ਰੁਪਏ। ਉਸ ਲਿਮਿਟ ਨੂੰ ਤੋੜਨ ਲਈ ਉਹਨਾਂ ਨੇ ਲੰਗਰ ਲਾਉਣੇ ਸ਼ੁਰੂ ਕੀਤੇ ਹੌਸਪੀਟਲਸ ਦੇ ਵਿੱਚ, ਤਾਂ ਜੋ ਕਿ ਜਿਹੜੇ ਨਹੀਂ ਉਹ ਵੀ ਨਹੀਂ ਲੈ ਸਕਦੇ, ਹੋਰ ਔਖੇ ਨੇ। ਕਈ ਦੇਖਦੇ ਆਪਾਂ ਬਹੁਤ ਜ਼ਿਆਦਾ ਔਖੇ ਹੁੰਦੇ ਨੇ, ਤਾਂ ਉੱਥੇ ਆ ਕੇ ਪ੍ਰਸ਼ਾਦਾ ਪਾਣੀ ਛਕਦੇ ਆ, ਖਿਚੜੀ ਛਕਦੇ, ਜੋ ਵੀ ਉਹਨਾਂ ਨੇ ਤਿਆਰ ਕੀਤਾ ਹੁੰਦਾ। ਕਹਿਣ ਤੋਂ ਭਾਵ ਕਿ ਉਹਨਾਂ ਨੇ ਇਸ ਤਰ੍ਹਾਂ ਅਲੱਗ-ਅਲੱਗ ਜੱਥੇ ਸ਼ੁਰੂ ਕੀਤੇ ਨੇ। ਇਹ ਉਹਨਾਂ ਦਾ ਪੈਂਫਲੇਟ ਹੈ ਇੱਕ, ਇਹ ਤੁਸੀਂ ਭਾਵੇਂ ਬਾਅਦ 'ਚੋਂ ਮੇਰੇ ਤੋਂ ਲੈ ਕੇ ਰੀਡ ਕਰ ਲਿਓ, ਮੇਰੇ ਕੋਲ ਇੱਕ ਹੀ ਆ। ਜੇ ਤੁਸੀਂ ਕਹੋ ਤਾਂ ਮੇਰਾ ਨੰਬਰ ਸੇਵ ਕਰ ਲਿਓ, ਮੈਂ ਤੁਹਾਨੂੰ ਔਨਲਾਈਨ ਸੈਂਡ ਕਰ ਦੂੰਗਾ। ਅਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਕਹਿੰਦੇ ਜੇ ਅਗਰ ਤੂੰ ਚਾਹਵੇਂ ਤਾਂ ਲੁਧਿਆਣੇ ਦੇ ਵਿੱਚ ਤੂੰ ਸੇਵਾ ਸ਼ੁਰੂ ਕਰ ਦੇ ਕਰਤਾਰ ਫਾਊਂਡੇਸ਼ਨ ਦੇ ਨਾਮ 'ਤੇ। ਅਤੇ ਮੈਂ ਸਿੰਘਾਂ ਨਾਲ ਵਿਚਾਰ ਕੀਤੀ ਅਤੇ ਫੈਮਿਲੀ ਨਾਲ ਵਿਚਾਰ ਕੀਤੀ, ਕਹਿੰਦੇ ਕੋਈ ਇਸ਼ੂ ਨਹੀਂ। ਫਿਰ ਉਹ ਆਏ, ਚਲੋ ਆਪਣੇ ਘਰ ਨੂੰ ਆਫਿਸ ਬਣਾ ਗਏ, ਇੱਕ ਹਿਸਾਬ ਨਾਲ ਆਪਣੇ ਸ਼ੌਪ ਨੂੰ ਆਫਿਸ ਬਣਾ ਗਏ। ਔਰ ਉਹ ਜਿਹੜੀ ਸੇਵਾ ਉੱਥੇ ਚੱਲ ਰਹੀ ਸੀ, ਹੁਣ ਉਹ ਸੇਵਾਵਾਂ ਇੱਥੇ ਵੀ ਸ਼ੁਰੂ ਕੀਤੀਆਂ ਨੇ। ਹਲੇ 10 ਅਗਸਤ ਨੂੰ ਇਹ ਸੇਵਾ ਸ਼ੁਰੂ ਹੋਈ ਆ ਕਰਤਾਰ ਫਾਊਂਡੇਸ਼ਨ ਦੇ ਨਾਮ 'ਤੇ, ਜਿਹਦੇ ਵਿੱਚ ਕਿ ਅਸੀਂ ਹੁਣ ਸ਼ੁਰੂ ਕੀਤਾ ਵਾ ਪੌਦੇ ਲਗਾਉਣੇ ਜਗ੍ਹਾ ਜਗ੍ਹਾ 'ਤੇ ਜਾ ਕੇ। ਜਿਹੜਾ ਵੀ ਸਾਨੂੰ ਆਖੇਗਾ ਕਿ ਪੌਦੇ ਲਗਾ ਦਿਓ, ਬਸ ਇੰਨੀ ਕੁ ਬੇਨਤੀ ਕਿ ਉਸ ਨੂੰ ਸੰਭਾਲ ਕਰ ਲਿਓ, ਉਸ ਦੀ ਸੰਭਾਲ ਜ਼ਰੂਰ ਕਰ ਲਿਓ। ਦਿਹਾੜੀ 2-3 ਵਾਰੀ ਉਹਨੂੰ ਪਾਣੀ ਪਾਓ, ਅਤੇ ਜਿਹੜੀ ਥੋੜ੍ਹੀਆਂ ਥੱਲੋਂ ਟਾਹਣੀਆਂ ਛਾਂਗੋ, ਥੋੜ੍ਹਾ ਉੱਪਰ ਨੂੰ ਵਧੇ, ਵੱਡਾ ਹੋਵੇ ਪੌਦਾ। ਪਰ ਲੋਕਾਂ ਤੋਂ ਬਚਾ ਕੇ ਰੱਖੋ, ਜਿਹੜਾ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਸਾਧ ਸੰਗਤ ਦੇਖੋ ਕਿ ਉਹਨੂੰ ਵੀ ਮਰਡਰ ਸਮਝਿਆ ਜਾਂਦਾ, ਜਿਹੜਾ ਦਰਖਤ ਨੂੰ ਵੱਢਦਾ, ਨਜਾਇਜ਼ ਦਰਖਤ ਨੂੰ ਵੱਢਦਾ। ਸੋ ਆਪਾਂ ਵੀ ਕੋਸ਼ਿਸ਼ ਕਰੀਏ, ਆਪਾਂ ਨੂੰ ਬਹੁਤ ਜ਼ਰੂਰਤ ਹੈ ਲੁਧਿਆਣੇ ਦੇ ਵਿੱਚ ਖਾਸ ਕਰਕੇ, ਕਿਉਂਕਿ ਇੰਨਾ ਜ਼ਿਆਦਾ ਪੋਲਿਊਸ਼ਨ ਔਰ ਪਾਪੂਲੇਸ਼ਨ ਬਹੁਤ ਜ਼ਿਆਦਾ।
जगह घटदियां जा रही ने, दरख्त भी घटते जा रहे हैं, पॉपूलेशन इन्नी ज़्यादा वधी जा रही है कि ये वैसे कहते हैं कि एक दरख्त 2 या 3 जणिਆਂ ਨੂੰ 4 जणिਆਂ ਨੂੰ ਸਾਹ ਦਿੰਦਾ ਵਾ, पर जिन्ना इत्थे पॉल्यूशन हो रहा वा की लगता इन्ने दरख्त पूरे कर पाउणगे। पुरानियां तस्वीरां देखते हैं तो असीं भी जो छोटे होंदे सी याद आउंदा पुराना समा, उदों इन्ने ज़्यादा दरख्त होंदे साडे महल्ले दे विच भी, पर इन्ने मकान बनन करके वो दरख्त पट्टने पे लोकां ने, बहुत दरख्त वड्डे लोकां। सो कोशिश करिए कि आपां जिहड़े भी दरख्त लगाउणे ने उन्हां नूं अपने बच्चों दे, अपने जिन्हों असीं बहुत प्रेम करदे उहदा नाम दईए, उहदे नाम ते उहदी सेवा करिए, तां जो कि सानूं उहनूं कष्ट पहुँचाउण ते और जिहड़ा कष्ट पहुँचावे ते सानूं उहदा अंदरों फील होवे। सो ਜਿਹੜੇ भी माई भाई चाਹੁੰਦੇ ਨੇ कि दरख्त लगाइए, ਅਸੀਂ ਆਪ ਆ ਕੇ लगा देंगे, पर ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ। ਹੁਣ ਅਸੀਂ ਆਪਣੇ ਇਲਾਕੇ ਦੇ ਵਿੱਚ ਸ਼ੁਰੂ ਕੀਤਾ, ਪਹਿਲਾਂ ਅਸੀਂ ਸਾਡੇ ਕੋਲ ਪਲਾਟ ਹੈ ਉਹਦੇ ਵਿੱਚ ਜਿੱਥੇ ਅਸੀਂ ਦੀਵਾਨ ਸਜਾਉਂਦੇ ਹਾਂ, ਮਹੀਨਾਵਾਰੀ ਦੀਵਾਨ ਲੱਗਦੇ ਨੇ ਸਾਡੇ ਸਥਾਨ 'ਤੇ, ਉੱਥੇ ਅਸੀਂ ਕਰ ਰਹੇ ਹਾਂ, ਹਲੇ ਪੌਦੇ ਲਗਾ ਰਹੇ ਹਾਂ, ਫਿਰ ਅਸੀਂ ਆਪਣੀ ਗਲੀ ਸਵਾਰਾਂਗੇ, ਇਸ ਤਰ੍ਹਾਂ ਕਰਕੇ ਹੌਲੀ ਹੌਲੀ ਕਰਾਂਗੇ। ਤੇ ਪਰ ਇੱਕ ਸੇਵਾ ਹੋਰ ਸੀ ਜਿਹੜੀ ਕਿ ਜਲਦੀ ਤੋਂ ਜਲਦੀ ਸਾਨੂੰ ਸ਼ੁਰੂ ਕਰਨੀ ਪਈ, ਉਹ ਹੈਗੀ ਆ ਅਨਾਜ ਦੀ, ਕਹਿ ਲਓ ਰਾਸ਼ਨ ਪਾਣੀ ਦੀ। ਰਾਸ਼ਨ ਪਾਣੀ ਦੀ ਸੇਵਾ ਲੋੜਵੰਦਾਂ ਨੂੰ ਪਹੁੰਚਾਉਣ ਲਈ हर एक महीने ਅਸੀਂ एक मैंबर जोड़ना चाਹੁੰਦੇ ਹਾਂ। इस महीने एक मैंबर जुड़ूगा जो ਅਸੀਂ ਉਹਨਾਂ ਨੂੰ ਛੋਟੀਆਂ ਥੋੜੀ ਬਹੁਤੀ ਸੇਵਾਵਾਂ ਨੇ ਗੁਰਬਾਣੀ ਦੇ ਪੜ੍ਹਨ ਦੇ ਰਿਲੇਟਡ, ਗੁਰਬਾਣੀ ਦੇ ਰਿਲੇਟਡ ਨੇ, ਬਸ ਉਹ ਉਹਨਾਂ ਨੇ ਸੇਵਾ ਨਿਭਾਉਣੀ ਹੈ ਤੇ ਰਾਸ਼ਨ ਪਾਣੀ ਦੀ ਉਹਨਾਂ ਨੂੰ ਥੋੜ ਨਹੀਂ ਆਊਗੀ। ਜਿੰਨੀ ਜੱਥੇ ਵੱਲੋਂ ਜਿੰਨੀ ਸੇਵਾ ਵੱਧ ਤੋਂ ਵੱਧ ਹੋ ਪਾਊਗੀ ਅਸੀਂ ਜ਼ਰੂਰ ਕਰਾਂਗੇ। करतार फाउंडेशन के नाम से जत्था शुरू होया था, अं थोड़े कन्फ्यूज थे कि हम साढ़े को 2 जत्थे हो गए हैं, दशमेश निष्काम सेवा सोसाइटी और करतार फाउंडेशन, इनू कि काम करिए। फिर अं सोचे कि जो सोशल वर्कर ने दरख्त लगाने, सेवा करनी, लोड़वंदां की जरूरत पूरी करनी, करतार फाउंडेशन के नाम पर करांगे। और जो कीर्तन करना, गुरबाणी की संथ्या देनी या गुरबाणी की क्लासिस देनिया, जगह जगह दीवान सजाने, ये असीं दशमेश निष्काम सेवा सोसाइटी के नाम पर ही करांगे। दोनों चीज़ां कट्ठियां ही पर चलने। सो ਜਿਹੜੇ ਮਾਈ ਭਾਈ ਨਾਲ ਜੁੜਨਾ ਚਾਹੁੰਦੇ ਨੇ ਉਹ ਵੀ ਜ਼ਰੂਰ ਆਪਣਾ ਨਾਮ ਲਿਖਾ ਦਿਓ। ਜਿਹੜੇ ਸ਼ੌਂਕੀਨ ਨੇ ਕਿ ਹਾਂ ਵੀ ਕਿ ਸਾਡੀ ਕਿਤੇ ਨਾ ਕਿਤੇ ਤਿਲ ਫੁੱਲ ਭੇਟਾ ਜਿਹੜੀ ਪੈ ਜੇ ਔਰ ਕਿਸੇ ਦੇ ਕੰਮ ਆ ਸਕੇ, ਉਹ ਜ਼ਰੂਰ ਆਪਣਾ ਨਾਮ ਲਿਖਾ ਦਿਓ। ਔਰ ਮਹੀਨਾਵਾਰੀ ਛੋਟੀ ਜਿਹੀ ਭੇਟਾ ਰੱਖੀਏ 50 ਜਾਂ ਜਿਹਦੀ ਬਾਕੀ ਸ਼ਰਧਾ ਵੱਧ ਦੇਣ ਦੀ, ਘੱਟੋ ਘੱਟ 50 ਰੁਪਏ ਸੇਵਾ ਰੱਖੀ ਹੋਈ। ਸੋ ਕੋਸ਼ਿਸ਼ ਕਰੋ ਕਿ ਜਿਹੜੇ ਵੱਧ ਤੋਂ ਵੱਧ ਜੁੜਨਾ ਚਾਹੁੰਦੇ ਨੇ ਜੁੜੋ, ਤਾਂ ਜੋ ਕਿ ਵੀ अपना जो दसवंध आ वो किसी चंगे काम च लग सके। आओ हम सारे आनंद साहब हाजरी भरो। जिहड़ी रसना हाले तक शब्द और धारणा पढ़ के पवित्र नहीं हुई, वो रसना पवित्र करो। जे अगर किसी ने कोई गल ना समझ आई हो तो दीवाना तो बाद समझ सकता है, क्योंकि हो सकता कि सानू समय की काल के करके असीं सारी गल डिटेल च ना समझा पाए हो। आओ हुण सारे आनंद साहब गज के जपो। राम गली महला तीजा नंद एक ओंकार सतगुर प्रसाद। एक होर बेनती साध संगत कि जिहड़े अगले महीने दा सितंबर का महीना जी आ रही मस्या, अगले महीने की मस्या 25 सितंबर की याद नाल आप भी आओ, समय सिर पहुँचो। 5 तो 6 6:30 पौने 7 बजे तक दीवान सजते हैं, पहुँचो और होरां नूं भी प्रेर के लियाओ, क्योंकि वध तो वध संगत होंदी है, वध तो वध आनंद तां ही आउंदा। तो कोशिश करिया करो कि सारे जन नेड़े नेड़े होके बैठा करो, उहदे नाल एक थोड़ा इकट्ठ जिहा भी लगदा वा और कंसनट्रेशन एक पासे हो जाती। सो आओ सारे गज वज के आनंद साहब विच जपो। राम गली महला तीजा नंद एक ओंकार सतगुर प्रसाद। आनंद पाया मेरी माए, सतगुरु मैं पाया, सतगुरु मैं पाया। राग रतन हरवार मरिया शब्द गावन आए, गाओ नानक नंद हुआ, सतगुरु मैं पाया।
टैंडी पंदश मह कोई ना डिठा, तू नानक मन भाना। फूल कमाई तिस मित्र विचोले, जय मिल कंत पछाना। विसर नाही दातार, अपना नाम देहो। गुण गावा दिन रात, नानक चावे हो। सो कहो टल गुर सेविय, अहनस सहज सो पाए। दर्शन परसिय गुरु कै, जन्म मरण दुख जाए। होवै सिफत खसम दी, नूर ऐसों कुरसों चटियै। तुद डिठे सच्चे पातशाह, मल जन्म जन्म दी कटियै। सतनाम श्री वाहिगुरु साहिब जी। श्लोक महला तीजा। ए मन हर जी ध्याए तू, एक मन एक चित पाए। हर किया सदा सदा वड्याइयां, देना पछोताए। ए मन हर जी ध्याए तू, एक मन एक चित पाए। हर किया सदा सदा वड्याइयां, देना पछोताए। हाँ हर कै सद बलिहारनै, जित सेवे सुख पाए। नानक गुरमुख मिल रहे, हमें शब्द जलाए। महला तीजा। आपे सेवा लायन, आपे बख्श करे। सबना का माँ प्यो आप है, आपे सार करे। नानक नाम ध्यान, तिन निज कर वास है। जुग जुग शोभा हुए। पौड़ी। तू करण कारण समरथ, हर करते मैं तुझ बिन अवर न कोई। तुद आपे सृष्ट सिरजिया, आपे फुन गोई। सब एको शब्द वरतदा, जो करे सो होई। वड्याई गुरमुख दे प्रभ, हर पावै सोई। गुरमुख नानक आराध्या, सब आखो धन 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 गुर सोई। वड्याई गुरमुख दे प्रभ, हर पावै सोई। गुरमुख नानक आराध्या, सब आखो धन 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 गुर सोई। सुध वाहिगुरु जी का खालसा, वाहिगुरु जी की फतेह। एक ओंकार सतनाम करता पुरख निरभउ निर्वैर, अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर,
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪੋ ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਪੋ ਸਤਨਾਮ 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 ਜੀ। ਵਾਹਿਗੁਰੂ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।